ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅੰਤਰ ਵਹਿਰ ਪ੍ਰਗਟ ਤਵ ਭਈ, ਬੜਿਆਈ ਲਗ ਸੁਤ ਕਹੋ ਦਈ। ਜਾਮ ਦਿਵਸ ਚੜ੍ਹਬੇ ਲਗ ਮਸਲਤ, ਏਮ ਕਹਿ ਉਠੇ ਸੁਨਤ ਭੇ ਹਰਖਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਵਾਜੀ। ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਸੰਧਿਆ ਦੇ ਦੀਵਾਨ ਸਜੇ ਹਨ। ਅੰਮ੍ਰਿਤਮਈ ਗੁਰਬਾਣੀ ਦੇ ਨਿਤਨੇਮ, ਗੁਰਬਾਣੀ ਦੇ ਕੀਰਤਨ ਆਪ ਜੀ ਨੇ ਸਰਵਣ ਕੀਤੇ ਹਨ। ਆਓ ਹੁਣ ਆਪਣੀਆਂ ਮਨਵਿਰਤੀਆਂ ਨੂੰ ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਇਕਾਗਰ ਕਰੀਏ। ਜਿਸ ਸਮੇਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਬਾਬਾ ਗੁਰਦਿੱਤਾ ਜੀ ਦੇ ਭੋਗ 'ਤੇ ਬਹੁਤ ਸਾਰੀਆਂ ਸੰਗਤਾਂ ਪਹੁੰਚ ਗਈਆਂ, ਇਹ ਵਿਚਾਰ ਹੋਈ ਕਿ ਜੋ ਪਿਤਾ ਦੀ ਥਾਂ 'ਤੇ ਪੁੱਤਰ ਨੂੰ ਘਰ ਦੀ ਜ਼ਿੰਮੇਵਾਰੀ ਦੀ ਪੱਗ ਬੱਝਦੀ ਹੈ, ਉਹ ਕਿਹੜੇ ਪੁੱਤਰ ਦੇ ਸਿਰ 'ਤੇ ਬੰਨ੍ਹੀ ਜਾਵੇ। ਕਿਉਂਕਿ ਵੱਡਾ ਸਾਹਿਬਜ਼ਾਦਾ, ਵੱਡਾ ਪੋਤਰਾ ਛੇਵੇਂ ਪਾਤਸ਼ਾਹ ਦਾ ਬਾਬਾ ਧੀਰ ਮੱਲ ਤਾਂ ਕਰਤਾਰਪੁਰ ਤੋਂ ਆਇਆ ਹੀ ਨਹੀਂ। ਹੁਣ ਦਸਤਾਰ ਛੋਟੇ ਪੁੱਤਰ ਨੂੰ ਬੰਨ੍ਹੀ ਜਾਵੇਗੀ। ਇਹੀ ਫੈਸਲਾ ਭਾਈ ਭਾਨਾ ਜੀ, ਭਾਈ ਜੋਧ ਸ਼ਾਹ ਜੀ, ਗੁਰੂ ਘਰ ਦੇ ਜਿਹੜੇ ਮੁਖੀ ਸਿੱਖ ਸਨ, ਉਹਨਾਂ ਨਾਲ ਬੈਠ ਕੇ ਛੇਵੇਂ ਪਾਤਸ਼ਾਹ ਜੀ ਮਹਾਰਾਜ ਨੇ ਕੀਤਾ ਹੈ। ਸੋ ਇਸ ਤੋਂ ਅਗਲੀ ਕਥਾ ਪ੍ਰੇਮ ਨਾਲ ਸਰਵਣ ਕਰੀਏ। ਆਪਣੀਆਂ ਸੁਰਤੀਆਂ ਬਿਰਤੀਆਂ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਇਕਾਗਰ ਕਰੀਏ। ਕੀਰਤਪੁਰ ਸਾਹਿਬ ਦੀ ਧਰਤੀ 'ਤੇ ਆਪਣੀ ਸੁਰਤੀ ਨੂੰ ਲੈ ਚੱਲੀਏ ਅਤੇ ਪਿਆਰ ਨਾਲ ਆਖੀਏ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅੰਤਰ ਵਹਿਰ ਪ੍ਰਗਟ ਤਵ ਭਈ, ਇਹ ਗੱਲ ਅੰਦਰ ਬਾਹਰ ਸਾਰੇ ਪਾਸੇ ਪ੍ਰਗਟ ਹੋ ਗਈ। ਵਡਿਆਈ ਲਗ ਸੁਤ ਕਹੋ ਦਈ, ਕਿ ਮਹਾਰਾਜ ਜੀ ਨੇ ਛੋਟੇ ਪੁੱਤਰ ਨੂੰ ਵਡਿਆਈ ਦਿੱਤੀ ਹੈ। ਸ੍ਰੀ ਹਰਿਰਾਏ ਸਾਹਿਬ ਜੀ ਨੂੰ ਗੁਰਤਾ ਗੱਦੀ ਵੀ ਮਿਲੇਗੀ, ਪਰ ਅਜੇ ਜਿਹੜੀ ਪਿਤਾ ਦੀ ਦਸਤਾਰ ਹੈ ਉਹਦੀ ਗੱਲ ਚੱਲੀ ਹੈ। ਬਾਬੇ ਗੁਰਦਿੱਤੇ ਦੀ ਦਸਤਾਰ ਸ੍ਰੀ ਹਰਿਰਾਏ ਸਾਹਿਬ ਜੀ ਦੇ ਸੀਸ 'ਤੇ ਸਜਾਈ ਜਾਵੇਗੀ। ਜਾਮ ਦਿਵਸ ਚੜ੍ਹਬੇ ਲਗ ਮਸਰਤ, ਸੋ ਦਿਨ ਦੇ ਇੱਕ ਪਹਿਰ ਤੱਕ, ਯਾਨੀ ਸਵੇਰ ਦੇ ਕੋਈ 10-11 ਵਜੇ ਤੱਕ ਇਹੀ ਸਲਾਹ ਮਸ਼ਵਰਾ ਹੁੰਦਾ ਰਿਹਾ। ਏਮ ਕਹਿ ਉਠੇ ਸੁਨਤ ਪੇ ਹਰਖਤ, ਜਦੋਂ ਇਹ ਫੈਸਲਾ ਹੋ ਗਿਆ, ਝਗੜਾ ਮਿਟ ਗਿਆ ਤੇ ਸਾਰੇ ਹੀ ਪ੍ਰਸੰਨ ਹੋਏ ਵੀ ਚਲੋ ਛੋਟੇ ਪੁੱਤਰ ਨੂੰ ਹੀ ਦਸਤਾਰ ਬੰਦੀ ਤੇ ਸਾਰਿਆਂ ਦੀ ਸਹਿਮਤੀ ਹੋ ਗਈ ਹੈ। ਖਾਨ ਪਾਨ ਸਭ ਹਨ ਤਬ ਕੀਨ, ਸਾਰਿਆਂ ਨੇ ਭੋਜਨ ਪ੍ਰਸ਼ਾਦਾ ਛਕਿਆ ਹੈ। ਵਰਤ ਹੈ ਦੇਗ ਰਾਤ ਦਿਨ ਦੀਨ, ਔਰ ਗੁਰੂ ਕੀ ਦੇਗ ਵਰਤੀ ਹੈ, ਗੁਰੂ ਕਾ ਲੰਗਰ ਵਰਤਿਆ ਹੈ। ਧਰੇ ਦੁਪਹਿਰੇ ਠਾਨਤ ਤਿਆਰੀ, ਕਿਉਂਕਿ ਜਿਹੜੀ ਅੰਤਮ ਅਰਦਾਸ ਦੀ ਮਰਜ਼ਾਦਾ ਹੈ ਇਹ ਦੁਪਹਿਰੇ ਢੜੇ ਹੁੰਦੀ ਹੈ। ਅੱਜ ਵੀ ਆਪਾਂ ਦੇਖਦੇ ਹਾਂ ਕੋਈ ਪੁਰਾਣੀ ਚੜ੍ਹਾਈ ਕਰ ਜਾਵੇ, ਉਹਦੇ ਨਿਮਿਤ ਭੋਗ ਪੈਂਦਾ ਹੈ, ਅੰਤਮ ਅਰਦਾਸ ਹੁੰਦੀ ਹੈ, ਸੰਗਤਾਂ ਦੂਰੋਂ ਨੇੜਿਓਂ ਚੱਲ ਕੇ ਆਉਂਦੀਆਂ ਨੇ। ਤੋ ਉਹ ਜਿਹੜਾ ਸਮਾਂ ਹੁੰਦਾ ਹੈ ਉਹ ਦੁਪਹਿਰ ਤੋਂ ਬਾਅਦ ਦਾ ਹੀ ਮਿਥਿਆ ਜਾਂਦਾ ਹੈ। 1-2 ਵਜੇ 3 ਵਜੇ ਢਲੇ ਦੁਪਹਿਰੇ, ਜਦੋਂ ਦੁਪਹਿਰਾ ਢਲਣ ਲੱਗਦਾ ਹੈ ਉਦੋਂ ਹੀ ਅੰਤਮ ਅਰਦਾਸ ਹੁੰਦੀ ਹੈ। ਸੋ ਸਾਰੀਆਂ ਸੰਗਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਨਾਲ ਢਲੇ ਦੁਪਹਿਰੇ ਦੀਵਾਨ ਵਿੱਚ ਹਾਜ਼ਰ ਹੋਈਆਂ ਹਨ। ਸੋਧ ਮਸਦ ਲਹਿ ਸੰਗਤ ਸਾਰੀ, ਸਾਰੇ ਮਸੰਦ ਆਪਣੇ ਆਪਣੇ ਇਲਾਕੇ ਦੀਆਂ ਸੰਗਤਾਂ ਲੈ ਕੇ ਗੁਰੂ ਛੇਵੇਂ ਪਾਤਸ਼ਾਹ ਦੇ ਦਰਬਾਰ ਵਿੱਚ ਹਾਜ਼ਰ ਹੋਏ ਹਨ। ਫਰਸ਼ ਵਿਸਾਲ ਹੇਤ ਛਿੜਕਾਇਵ, ਕਹਿੰਦੇ ਪਹਿਲਾਂ ਬਹੁਤ ਛਿੜਕਾਓ ਕਰਕੇ, ਬੜੀ ਧਰਤੀ ਸਾਫ ਸੁਥਰੀ ਕਰਕੇ ਉਹਦੇ ਉੱਤੇ ਗਲੀਚੇ ਦਰੀਆਂ ਵਿਛਾਈਆਂ ਗਈਆਂ ਹਨ। ਸਭਾ ਸਥਾਨ ਸੁਧ ਕਰਵਾਇਵ, ਜਿੱਥੇ ਦੀਵਾਨ ਲਾਉਣਾ ਹੈ ਉਹਦੀ ਤਿਆਰੀ ਪਹਿਲਾਂ ਹੀ ਕਰ ਲਈ ਗਈ, ਵਧੀਆ ਤਰੀਕੇ ਨਾਲ ਸੁੱਧ ਕਰਾਈ ਗਈ ਉਹ ਧਰਤੀ ਜਿੱਥੇ ਮਹਾਰਾਜ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਦੀਵਾਨ ਸਜੇਗਾ। ਜਾਜਮ ਅਰਸ਼ਤ ਰੰਜੀ ਸੰਗ, ਬੜੇ ਸੋਹਣੇ ਸੁੰਦਰ ਗਲੀਚੇ
ਤੇ ਰੰਗਦਾਰ ਚਾਦਰਾਂ ਜਿਹੜੀਆਂ ਹੁੰਦੀਆਂ ਸਤਰੰਜੀ ਉਹ ਵਿਛਾਈਆਂ ਗਈਆਂ ਹਨ। ਅਵਨੀ ਤਲ ਛਾਦਿਓ ਬਹੁ ਰੰਗ। ਔਰ ਸਾਧ ਸੰਗਤ ਦੀ ਧਰਤੀ ਜਿਹੜੀ ਹੈ ਉਹ ਬੜੀ ਸਾਫ ਸੁਥਰੀ ਕਰਕੇ ਸੁੰਦਰ ਢੰਗ ਦੇ ਨਾਲ ਗੁਰੂ ਦਾ ਦਰਬਾਰ ਸਜਾਉਣ ਵਾਸਤੇ ਗਲੀਚੇ, ਦਰੀਆਂ, ਚਾਦਰਾਂ, ਤੰਬੂ, ਕਨਾਤਾਂ ਲਾਈਆਂ ਗਈਆਂ ਹਨ। ਜਾਮ ਦਿਵਸ ਜਬ ਰਹਿਓ ਨਿਹਾਰੇ। ਜਦੋਂ ਸਾਧ ਸੰਗਤ ਜੀ ਇੱਕ ਪਹਿਰ ਦਿਨ ਰਹਿ ਗਿਆ, ਕੋਈ ਸ਼ਾਮ ਦੇ 3-4 ਵੱਜ ਗਏ, ਸ੍ਰੀ ਹਰਿ ਗੋਬਿੰਦ ਤਹਾਂ ਸਿਧਾਰੇ। 6ਵੇਂ ਪਾਤਸ਼ਾਹ ਮਹਾਰਾਜ ਉਸ ਦੀਵਾਨ ਵਿੱਚ ਪਹੁੰਚੇ ਹਨ। ਸ਼ੋਭਤ ਪੋਤਰ ਸਾਥ ਹਰਿ ਰਾਏ। ਨਾਲ ਆਪਣੇ ਪੋਤਰੇ ਸ੍ਰੀ ਹਰਿ ਸਾਹਿਬ ਜੀ ਨੂੰ ਲੈ ਕੇ ਗਏ ਹਨ। ਹਾਥ ਗਹੇ ਮਿਰਦ ਪਹੁੰਚੇ ਜਾਏ। ਹੱਥ ਫੜਿਆ ਹੋਇਆ ਆਪਣੇ ਪੋਤਰੇ ਦਾ ਤੇ ਮਹਾਰਾਜ ਦੀਵਾਨ ਵਿੱਚ ਜਾ ਬਿਰਾਜੇ ਹਨ। ਅਤ ਸੁੰਦਰ ਮਸਨੰਦ ਡਸਾਈ। ਬੜੀ ਸੁੰਦਰ ਗੱਦੀ ਡਾਈ ਗਈ ਹੈ ਮਸ਼ਨਦ, ਉਸ ਮਸ਼ਨਦ ਉੱਤੇ ਮਹਾਰਾਜ ਸਾਹਿਬ ਜੀ ਬਿਰਾਜੇ ਹਨ। ਤਿਸ ਪਰ ਥਿਰੇ ਜਾਏ ਗੋਸਾਈ। ਮਹਾਰਾਜ ਮਸ਼ਨਦ ਤੇ ਜਾ ਕੇ ਬਿਰਾਜਮਾਨ ਹੋਏ ਨੇ, ਗੱਦੀ ਤੇ ਬੈਠੇ ਹਨ। ਚਮਰਦਾਰ ਲੈ ਚਮਰ ਟੁਰਾਏ। ਚੌਰ ਬਰਦਾਰ ਦੋਵੇਂ ਪਾਸੇ ਚੌਰ ਲੈ ਕੇ ਖੜੇ ਹਨ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੀਸ ਤੇ ਚੌਰ ਕਰਦੇ ਹਨ। ਪਠੇ ਮੇਵਰੇ ਸਕਲ ਬੁਲਾਏ। ਮੇਵੜਿਆਂ ਨੂੰ ਭੇਜਿਆ ਗਿਆ ਵੀ ਜਾਓ ਸਾਰੀ ਸੰਗਤ ਨੂੰ ਬੁਲਾ ਕੇ ਦਰਬਾਰ ਵਿੱਚ ਲੈ ਆਓ। ਸਪਟ ਪੰਜ ਸੈਲਿਆ ਕਰ ਸੰਗ। ਕਹਿੰਦੇ 500 ਯੋਧਿਆਂ ਦੀ ਫੌਜ ਲੈ ਕੇ ਆਏ ਵਜੋਧ ਰਾਏ ਮੁਦ ਅੰਗ। ਭਾਈ ਜੋਧ ਰਾਏ ਦੀਨੇ ਕਾਂਗੜ ਵਾਲਾ ਬੜੀ ਪ੍ਰਸੰਨਤਾ ਨਾਲ ਆਇਆ ਹੈ ਤੇ ਗੁਰੂ ਸਾਹਿਬ ਦੇ ਦਰਬਾਰ 'ਚ ਆ ਕੇ ਜੋਧ ਰਾਏ ਨੇ ਮੱਥਾ ਟੇਕਿਆ ਹੈ। ਪ੍ਰਥਮ ਸਭਨ ਤੇ ਪਹੁੰਚਿਓ ਭਾਨਾ। ਸਭ ਤੋਂ ਪਹਿਲਾਂ ਭਾਈ ਭਾਨਾ ਜੀ ਬਾਬਾ ਬੁੱਢਾ ਸਾਹਿਬ ਜੀ ਦੇ ਸਪੁੱਤਰ ਆਏ ਹਨ। ਸਕਲ ਸੰਬੰਧਨ ਆਵਨ ਠਾਨਾ। ਬਾਕੀ ਜਿਹੜੇ ਗੁਰੂ ਘਰ ਦੇ ਸੰਬੰਧੀ ਹਨ, ਰਿਸ਼ਤੇਦਾਰ ਹਨ, ਉਹ ਵੀ ਗੁਰੂ ਦਰਬਾਰ ਵਿੱਚ ਹਾਜ਼ਰ ਹੋ ਗਏ ਹਨ। ਰੂਪਾ ਆਏ ਚਰਨ ਗੁਰ ਲਾਗਾ। ਭਾਈ ਰੂਪਚੰਦ ਜੀ ਰੂਪਾ, ਜੋ ਸਾਧ ਸੰਗਤ ਜੀ ਮਾਲਵੇ ਦੀ ਧਰਤੀ ਤੇ ਰੂਪਾ ਪਿੰਡ ਹੈ, ਇਹ ਗੁਰੂ ਕਾ ਬਹੁਤ ਪ੍ਰੇਮੀ ਸ਼ਰਧਾਵਾਨ ਗੁਰਸਿੱਖ ਹੋਇਆ। ਗੁਰੂ ਸਾਹਿਬ ਜੀ ਨੇ ਭਾਈ ਰੂਪੇ ਤੇ ਬੜੀਆਂ ਹੀ ਬਖਸ਼ਿਸ਼ਾਂ ਕੀਤੀਆਂ। 6ਵੇਂ ਪਾਤਸ਼ਾਹ ਜੀ ਨੇ ਭਾਈ ਰੂਪਚੰਦ ਜੀ ਹਾਜ਼ਰ ਹੋਏ ਨੇ, ਚਰਨਾਂ 'ਚ ਆ ਕੇ ਮੱਥਾ ਟੇਕਿਆ ਹੈ। ਪਰਮਾਨੰਦ ਸੁੰਦਰ ਬੜ ਭਾਗਾ। ਤੇ ਭਾਈ ਪਰਮਾਨੰਦ ਜੀ ਗੁਰੂ ਮਹਾਰਾਜ ਗੁਰੂ ਅਮਰਦਾਸ ਜੀ ਦੀ ਅੰਸ਼ ਬੰਸ ਵਿੱਚੋਂ ਬਾਬਾ ਸੁੰਦਰ ਜੀ ਦੋਵੇਂ ਸਾਹਿਬਜ਼ਾਦੇ ਭੱਲੇ ਸਾਹਿਬਜ਼ਾਦੇ ਹਾਜ਼ਰ ਹੋਏ ਹਨ। ਜੇ ਤੱਕ ਪਹੁੰਚੇ ਨਿਕਟ ਮਸੰਦ। ਜਿਨੇ ਮਸੰਦ ਮਾਝੇ ਮਾਲਵੇ ਤੋਂ ਲਾਹੌਰ ਤੱਕ ਤੋਂ ਆ ਪਹੁੰਚ ਸਕਦੇ ਸਨ, ਉਹ ਆ ਪਹੁੰਚੇ ਹਨ। ਲੈ ਸੰਗ ਸੰਗਤਾ ਬ੍ਰਿੰਦ। ਉਹ ਆਪ ਨਾਲ ਸੰਗਤਾਂ ਲੈ ਕੇ ਆਏ ਹਨ। ਬਲ ਕਿਓ ਦੀਵਾਨ ਮਹਾਨ ਸਥਾਨਾ। ਕਹਿੰਦੇ ਬੜਾ ਵੱਡਾ ਦੀਵਾਨ ਗੁਰੂ ਸਾਹਿਬ ਜੀ ਦਾ ਲੱਗਾ ਹੈ। 6ਵੇਂ ਪਾਤਸ਼ਾਹ ਜੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦਾ। ਖਰੇ ਜੇ ਕੰਚਨ ਦੰਡਨ ਪਾਨਾ। ਕਹਿੰਦੇ ਬੜੇ ਸੋਹਣੇ ਸੁੰਦਰ ਸੋਨੇ ਦੇ ਚੋਭਾਂ ਫੜ ਕੇ, ਜਿਨ੍ਹਾਂ ਦੇ ਹੱਥ ਵਿੱਚ ਸੋਨੇ ਦੇ ਡੰਡੇ, ਜਿਹਨੂੰ ਆਪਾਂ ਚੋਭ ਕਹਿੰਦੇ ਹਾਂ, ਚੋਭਾਂ ਵਾਲੇ ਚੋਭਦਾਰ ਖੜੇ ਹਨ 6ਵੇਂ ਪਾਤਸ਼ਾਹ ਦੇ ਦਰਬਾਰ ਵਿੱਚ। ਭਾਟ ਨਕੀਬ ਗਾਵਤੇ ਜਸ ਕੋ। ਕਹਿੰਦੇ ਭੱਟ ਤੇ ਨਕੀਬ ਗੁਰੂ ਮਹਾਰਾਜ ਦਾ ਜਸ ਗਾਉਂਦੇ ਹਨ। ਸਭਨ ਪ੍ਰੇਮ ਤੇ ਪਾਏ ਦਰਸ ਕੋ। ਤੇ ਸਾਰੇ ਪ੍ਰੇਮ ਨਾਲ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਹਨ। ਭਾਨਾ ਅਧਿਕ ਪ੍ਰੇਮ ਰਸ ਪਾਗਿਆ। ਭਾਈ ਭਾਨਾ ਜੀ ਗੁਰੂ ਮਹਾਰਾਜ ਦੇ ਵਜ਼ੀਰ ਹਨ, ਗੁਰੂ ਘਰ ਦੇ ਸ਼੍ਰੋਮਣੀ। ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 6ਵੇਂ ਪਾਤਸ਼ਾਹ ਗੁਰਿਆਈ ਦਾ ਤਿਲਕ ਜਿਹੜਾ ਬਾਬਾ ਬੁੱਢਾ ਜੀ ਨੇ ਦਿੱਤਾ ਹੈ, ਉਹਨਾਂ ਤੋਂ ਬਾਅਦ ਉਹ ਜ਼ਿੰਮੇਵਾਰੀ ਬਾਬਾ ਬੁੱਢਾ ਜੀ ਆਪਣੇ ਹੁੰਦਿਆਂ ਹੀ ਉਹਨਾਂ ਨੂੰ ਆਪਣੇ ਪੁੱਤਰ ਭਾਈ ਭਾਨਾ ਜੀ ਨੂੰ ਸੌਂਪ ਗਏ ਸਨ। ਗੁਰੂ ਹਰਗੋਬਿੰਦ ਸਾਹਿਬ ਨੂੰ ਭਾਨੇ ਦੀ ਬਾਂਹ ਫੜਾ ਕੇ ਕਹਿ ਗਏ ਸਨ ਕਿ ਮਹਾਰਾਜ ਮੇਰੇ ਤੋਂ ਬਾਅਦ ਮੇਰਾ ਪੁੱਤਰ ਸੇਵਾ ਕਰੇਗਾ ਗੁਰੂ ਘਰ ਦੀ। ਭਾਈ ਭਾਨਾ ਜੀ ਵੀ ਗੁਰੂ ਦੇ ਪ੍ਰੇਮ ਰੰਗ ਵਿੱਚ ਰੰਗੇ ਰਹਿਣ ਵਾਲੇ ਮਹਾਨ ਗੁਰਸਿੱਖ ਹੋਏ ਹਨ। ਉਠਤ ਭਇਓ ਲੈ ਪ੍ਰਭ ਕੀ ਆਗਿਆ। ਜਦੋਂ ਸਾਰੇ ਆ ਕੇ ਬੈਠ ਗਏ, ਦੀਵਾਨ ਸਜ ਗਿਆ, ਗੁਰੂ ਸਾਹਿਬ ਜੀ ਦੀ ਆਗਿਆ ਲੈ ਕੇ ਭਾਈ ਭਾਨਾ ਜੀ ਉਠੇ ਹਨ। ਸ੍ਰੀ ਹਰਿ ਰਾਏ ਸੀਸ ਦਸਤਾਰ। ਭਾਈ ਭਾਨੇ ਨੇ ਪਹਿਲੀ ਦਸਤਾਰ ਗੁਰੂ ਹਰਿ ਸਾਹਿਬ ਜੀ ਦੇ ਸੀਸ ਤੇ ਸਜਾਈ ਹੈ।
ਸ੍ਰੀ ਹਰਿ ਰਾਏ ਸੀਸ ਦਸਤਾਰ। ਜੋ ਪਿਤਾ ਦੀ ਥਾਂ ਤੇ ਪੁੱਤਰ ਨੂੰ ਪੱਗ ਬੰਨ੍ਹੀ ਜਾਂਦੀ ਹੈ, ਬਾਬੇ ਗੁਰਦਿੱਤਾ ਸਾਹਿਬ ਦੀ ਪੱਗ ਛੋਟੇ ਪੁੱਤਰ ਸ੍ਰੀ ਹਰਿ ਰਾਏ ਸਾਹਿਬ ਜੀ, ਜੋ ਬਾਅਦ ਵਿੱਚ 7ਵੇਂ ਪਾਤਸ਼ਾਹ ਬਣਨਗੇ, ਉਹਨਾਂ ਦੇ ਸੀਸ ਤੇ ਭਾਈ ਭਾਨਾ ਜੀ ਨੇ ਸਜਾ ਦਿੱਤੀ ਹੈ। ਕਰੀਹ ਬੰਧਾਵਨ ਹਾਥ ਉਭਾਰ। ਬੜੇ ਸੋਹਣੇ ਢੰਗ ਨਾਲ ਭਾਈ ਭਾਨਾ ਜੀ ਨੇ, ਭਾਈ ਭਾਨਾ ਜੀ ਗੁਰੂ ਸਾਹਿਬ ਜੀ ਦੇ ਘਰ, ਇਹ ਮਰਜ਼ਾਦਾ ਗੁਰੂ ਨਾਨਕ ਦੇਵ ਤੋਂ ਚੱਲੀ ਆਈ 10ਵੇਂ ਪਾਤਸ਼ਾਹ ਤੱਕ। ਜਿੰਨਾ ਚਿਰ ਭਾਈ ਭਾਨਾ ਜੀ ਰਹੇ ਉਹ ਕਰਦੇ ਰਹੇ। ਉਸ ਤੋਂ ਬਾਅਦ ਭਾਈ ਗੁਰਦਿੱਤਾ ਜੀ ਦਾ ਵੀ ਨਾਮ ਆਉਂਦਾ ਹੈ, ਫਿਰ ਭਾਈ ਰਾਮ ਕੋਇਰ ਜੀ ਦਾ ਨਾਮ ਆਉਂਦਾ ਹੈ। ਸੋ ਭਾਈ ਭਾਨਾ ਜੀ ਨੇ ਦਸਤਾਰ ਬੰਨੀ ਹੈ ਮਹਾਰਾਜ 7ਵੇਂ ਪਾਤਸ਼ਾਹ ਜੀ ਦੇ ਸੀਸ ਤੇ। ਸਤਿਗੁਰ ਨਿਜ ਕਰ ਸੰਗ ਸੁਧਾਰਤ। ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਹੱਥੀਂ ਦਸਤਾਰ ਠੀਕ ਕਰ ਰਹੇ ਹਨ। ਭਾਈ ਭਾਨਾ ਜੀ ਬੰਨ ਰਹੇ ਨੇ, ਨਾਲ 6ਵੇਂ ਪਾਤਸ਼ਾਹ ਹੱਥ ਲਾ ਰਹੇ ਨੇ, ਦਸਤਾਰ ਨੂੰ ਸੋਹਣੇ ਢੰਗ ਨਾਲ ਸੀਸ ਤੇ ਸਜਾ ਰਹੇ ਨੇ। ਸਤਿਗੁਰੂ 6ਵੇਂ ਪਾਤਸ਼ਾਹ ਜੀ ਗੁਰੂ ਹਰਿਰਾਏ ਸਾਹਿਬ ਜੀ ਦੇ ਸੀਸ ਉੱਤੇ ਨਭ ਮਹਿ ਜੈ ਜੈਕਾਰ ਉਚਾਰਤ। ਔਰ ਸਾਰੇ ਪਾਸੇ ਗੁਰੂ ਮਹਾਰਾਜ ਦੀ ਜੈ ਜੈਕਾਰ ਹੋ ਰਹੀ ਹੈ। ਸ੍ਰੀ ਗੁਰ ਅਮਰਦਾਸ ਕੀ ਅੰਸ। ਸ੍ਰੀ ਗੁਰੂ ਅਮਰਦਾਸ ਮਹਾਰਾਜ ਤੀਸਰੇ ਪਾਤਸ਼ਾਹ ਜੀ ਦੀ ਅੰਸ਼ ਬੰਸ ਜੋ ਹਨ, ਦਈ ਪਾਗ ਸੁੰਦਰ ਅਵਤੰਸ਼। ਉਹ ਹਨ ਸਾਧ ਸੰਗਤ ਜੀ ਬਾਬਾ ਸੁੰਦਰ ਜੀ, ਗੁਰੂ ਮਹਾਰਾਜ ਦੇ, ਗੁਰੂ ਅਮਰਦਾਸ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਮੋਹਰੀ ਜੀ, ਬਾਬਾ ਮੋਹਰੀ ਜੀ ਦੇ ਪੁੱਤਰ ਬਾਬਾ ਆਨੰਦ ਜੀ, ਤੇ ਬਾਬਾ ਆਨੰਦ ਜੀ ਦੇ ਪੁੱਤਰ ਬਾਬਾ ਸੁੰਦਰ ਜੀ ਹੋਏ ਹਨ। ਬਾਬਾ ਸੁੰਦਰ ਜੀ ਦੀ ਬਾਣੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਰਾਮ ਕਲੀ ਸਦ ਕਹੈ ਸੁੰਦਰ, ਸੁਣੋ ਭਗਤ ਸੰਤੋ, ਸਭ ਜਗਤ ਪੈਰੀ ਪਾਏ ਜੀਓ। ਸੋ ਬਾਬਾ ਸੁੰਦਰ ਜੀ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਉਹ ਵੀ ਇੱਥੇ ਭੋਗ 'ਤੇ ਪਹੁੰਚੇ ਹਨ, ਬਾਬੇ ਗੁਰਦਿੱਤੇ ਦੇ ਭੋਗ 'ਤੇ। ਉਹਨਾਂ ਨੇ ਤੇ ਉਹਨਾਂ ਦੇ ਨਾਲ ਆਏ ਨੇ ਭਾਈ ਪਰਮਾਨੰਦ ਜੀ। ਉਨ ਦੋਵਾਂ ਭਾਈਆਂ ਨੇ ਮਹਾਰਾਜ ਦੇ ਗੁਰੂ ਹਰਿਰਾਏ ਸਾਹਿਬ ਦੇ ਸੀਸ ਤੇ ਦਸਤਾਰ ਸਜਾਈ ਹੈ। ਪੁਨਹ ਮਸੰਦਨ ਅਰਪੀ ਸਭ ਹੂੰ। ਫਿਰ ਸਾਰੇ ਮਸੰਦਾਂ ਨੇ ਵੀ ਦਸਤਾਰ ਅਰਪਣ ਕੀਤੀ ਹੈ। ਜੋਧ ਰਾਏ ਪਾ ਦੇਵਤ ਤਬ ਹੂੰ। ਕਹਿੰਦੇ ਭਾਈ ਜੋਧ ਰਾਏ ਜੀ, ਉਹਨਾਂ ਨੇ ਵੀ ਦਸਤਾਰ ਜਿਹੜੀ ਹੈ ਦਿੱਤੀ ਹੈ। ਜੋ ਸੰਬੰਧੀ ਅਰ ਸੰਗਤ ਕੇਰ। ਗੁਰੂ ਘਰ ਦੇ ਸਾਰੇ ਰਿਸ਼ਤੇਦਾਰਾਂ ਦੀਆਂ ਤੇ ਸੰਗਤਾਂ ਦੀਆਂ ਦਸਤਾਰਾਂ ਬਹੁਤ ਆਈਆਂ ਹਨ। ਅਰਪਤ ਸਗਰੇ ਲਾਗਿਓ ਢੇਰ। ਦਸਤਾਰਾਂ ਅਰਪਣ ਕਰਦੇ ਨੇ, ਨਾਲ ਮਾਇਆ ਅਰਪਣ ਕਰਦੇ ਨੇ, ਬਸਤਰ ਅਰਪਣ ਕਰਦੇ ਨੇ। ਸੰਗਤਾਂ ਵੱਲੋਂ ਲਿਆਂਦੀਆਂ ਦਸਤਾਰਾਂ ਦਾ ਢੇਰ ਲੱਗ ਗਿਆ ਹੈ। ਬਾਜਨ ਲਗੇ ਪੌਰਸ਼ ਦਿਆਨੇ। ਜਦੋਂ ਸ੍ਰੀ ਹਰਿਰਾਏ ਜੀ ਨੂੰ ਜ਼ਿੰਮੇਵਾਰੀ ਦਸਤਾਰ ਦੀ ਮਿਲ ਗਈ ਹੈ, ਤਾਂ ਫਿਰ ਦਰਬਾਰ ਵਿੱਚ ਜਿਹੜਾ ਕਈ ਦਿਨਾਂ ਤੋਂ ਸ਼ਦਿਆਨਾ ਬੰਦ ਸੀਗਾ, ਸੋਗ ਕਰਕੇ ਉਹ ਵੱਜਣ ਲੱਗ ਪਿਆ ਹੈ। ਸੋ ਜਸ ਕਬਿਤਨ ਭਾਟ ਬਖਾਨੇ। ਗੁਰੂ ਘਰ ਦੇ ਭੱਟ ਕਵਿਤਾਂ ਵਿੱਚ ਗੁਰੂ ਘਰ ਦਾ ਜਸ ਗਾਉਂਦੇ ਹਨ। ਸ਼ੋਕ ਨਸਾਏ ਕੀਨ ਉਤਸਾਹੂ। ਸ਼ੋਕ ਦੂਰ ਹੋ ਗਿਆ, ਜਿਹੜਾ ਸੀ ਉਹ ਦੂਰ ਕੀਤਾ ਹੈ, ਕਿਉਂਕਿ ਇਹ ਤਾਂ ਮਰਜ਼ਾਦਾ ਹੈ ਸੰਸਾਰ ਦੀ। ਸਦਾ ਖੁਸ਼ੀ ਨਹੀਂ ਰਹਿੰਦੀ, ਸਦਾ ਸੋਗ ਵੀ ਨਹੀਂ ਰਹਿੰਦਾ। ਭਾਵੇਂ ਬਾਬੇ ਗੁਰਦਿੱਤੇ ਜੀ ਦੇ ਚਲਾਣੇ ਦਾ ਸੋਗ ਤਾਂ ਬਹੁਤ ਹੈ। ਜਵਾਨ ਉਮਰ ਦੇ ਵਿੱਚ ਉਹਨਾਂ ਦਾ ਚਲੇ ਜਾਣਾ ਘਾਟੇ ਵਾਲਾ ਕੰਮ ਹੈ, ਪਰ ਹੁਣ ਭਾਣਾ ਵੀ ਮੰਨਣਾ ਹੈ। ਸੋ ਸੰਗਤਾਂ ਨੇ ਭਾਣਾ ਮੰਨ ਲਿਆ, ਤੇ ਅੱਗੇ ਨੂੰ ਗੁਰੂ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਫਿਰ ਆਰੰਭ ਹੋ ਗਿਆ ਹੈ। ਆਨੰਦ ਭਾ ਸਭ ਕੇ ਉਰ ਮਾਹੂ। ਸਾਰਿਆਂ ਨੂੰ ਆਨੰਦ ਹੋ ਗਿਆ ਮਨ ਦੇ ਵਿੱਚ ਵੀ ਚਲੋ ਜਿਹੋ ਜਿਹੇ ਬਾਬਾ ਜੀ ਸਨ, ਬਾਬਾ ਗੁਰਦਿੱਤਾ ਜੀ, ਉਹੋ ਜਿਹੇ ਉਹਨਾਂ ਦੇ ਪੁੱਤਰ ਹਨ ਸ੍ਰੀ ਹਰਿਰਾਏ ਸਾਹਿਬ ਜੀ। ਸ੍ਰੀ ਹਰਿਰਾਏ ਹਾਥ ਤੇ ਦਾਨ। ਸ੍ਰੀ ਗੁਰੂ ਹਰਿਰਾਏ ਸਾਹਿਬ ਦੇ ਹੱਥੋਂ ਬਹੁਤ ਸਾਰੀ ਮਾਇਆ, ਬਹੁਤ ਸਾਰੇ ਬਸਤਰ ਗਰੀਬਾਂ ਨੂੰ ਦਾਨ ਕੀਤੇ ਗਏ ਹਨ। ਮੰਗਤ ਜਨਨ ਦਿਵਾਏ ਮਹਾਨ। ਮੰਗਤਿਆਂ ਨੂੰ, ਲੋੜਵੰਦਾਂ ਨੂੰ, ਗਰੀਬਾਂ ਨੂੰ, ਜਿਹੜੇ ਵੀ ਗੁਰੂ ਘਰ 'ਚ ਕੁਝ ਮੰਗਣ ਆਏ ਨੇ, ਢਾਡੀ, ਭੱਟ, ਕਲਾਵਾਨ ਤੇ ਕਈ ਪ੍ਰਕਾਰ ਦੇ ਲੋਕ ਆਉਂਦੇ ਸਨ, ਜਿਹੜੇ ਗੁਰੂ ਘਰ ਤੋਂ ਦਾਨ ਲੈਂਦੇ ਸਨ। ਉਹਨਾਂ ਨੂੰ ਸ੍ਰੀ ਹਰਿਰਾਏ ਸਾਹਿਬ ਜੀ ਨੇ ਆਪਣਾ ਹੱਥ ਛੁਆ ਦਿੱਤਾ, ਤੇ ਬਹੁਤ ਸਾਰੀ ਮਾਇਆ ਤੇ ਬਹੁਤ ਸਾਰੇ ਬਸਤਰ ਗਰੀਬਾਂ ਨੂੰ, ਲੋੜਵੰਦਾਂ ਨੂੰ,
ਸਤਿਗੁਰੂ ਜੀ ਦੇ ਖਜ਼ਾਨੇ ਵਿੱਚੋਂ ਦਿੱਤੇ ਗਏ ਹਨ। ਬਾਦਤ ਸਗਲ ਬਜਾਵਨ ਹਾਰੇ, ਜਿਹੜੇ ਬਾਜੇ ਵਜਾਉਣ ਵਾਲੇ, ਢੋਲ ਵਜਾਉਣ ਵਾਲੇ, ਮਰਦੰਗ ਵਜਾਉਣ ਵਾਲੇ, ਨਫੀਰੀਆਂ ਵਜਾਉਣ ਵਾਲੇ, ਸ਼ਦਿਆਨੇ ਵਜਾਉਣ ਵਾਲੇ ਹੁੰਦੇ ਨੇ, ਉਹ ਮੰਗਣ ਵਾਸਤੇ ਆਏ ਹਨ। ਲੈ ਬਖਸ਼ੀਸ਼ ਅਸੀਸ ਉਚਾਰੇ, ਉਹ ਸਾਧ ਸੰਗਤ ਜੀ ਮਹਾਰਾਜ ਘਰ ਚੋਂ ਗੁਰੂ ਹਰਗੋਬਿੰਦ ਸਾਹਿਬ ਦੇ ਦਰ ਤੋਂ ਬਖਸ਼ਿਸ਼ਾਂ ਲੈ ਕੇ ਸ੍ਰੀ ਹਰਿਰਾਏ ਸਾਹਿਬ ਨੂੰ ਅਸੀਸਾਂ ਦਿੰਦੇ ਹਨ ਕਿ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਦੀ ਵੱਡੀ ਉਮਰ ਹੋਵੇ, ਇਹਨਾਂ ਦਾ ਬਹੁਤ ਵੱਡਾ ਪ੍ਰਤਾਪ ਹੋਵੇ। ਹੈਨ ਆਦਿਕਨ ਦਾਸ ਬਿਸਾਲੇ, ਜਿਹੜੇ ਗੁਰੂ ਘਰ ਦੇ ਘੋੜਿਆਂ ਦੀ ਸੇਵਾ ਕਰਨ ਵਾਲੇ ਸੇਵਾਦਾਰ ਹਨ, ਬਹੁਤ ਹਨ, ਕਿਉਂਕਿ ਗੁਰੂ ਘਰ ਦਾ ਰਾਜਿਆਂ ਵਰਗਾ, ਮਹਾਰਾਜਿਆਂ ਵਰਗਾ ਪਸਾਰਾ ਸੀਗਾ। ਜਿਵੇਂ ਰਾਜਿਆਂ ਮਹਾਰਾਜਿਆਂ ਦੇ ਘਰ 'ਚ ਹਜ਼ਾਰਾਂ ਹੀ ਨੌਕਰ ਚਾਕਰ ਹੁੰਦੇ ਹੈ, ਇਹੋ ਜਿਹਾ ਕੋਈ ਦੁੱਖ ਸੁੱਖ ਦਾ ਸਮਾਂ ਹੋਵੇ ਤੇ ਉਹਨਾਂ ਨੂੰ ਕੁਝ ਨਾ ਕੁਝ ਦਾਨ ਪੁੰਨ ਕੀਤਾ ਜਾਂਦਾ। ਅਤੇ ਉਹਨਾਂ ਨੂੰ ਜਿਹੜੇ ਘੋੜਿਆਂ ਦੇ ਸੇਵਾਦਾਰ ਹਨ, ਜਿਹੜੇ ਗੁਰੂ ਘਰ ਦੇ ਰਾਗੀ ਢਾਡੀ ਹਨ, ਗੁਰੂ ਘਰ ਦੇ ਵਿੱਚ ਸੇਵਾ ਕਰਦੇ ਹਨ, ਉਹਨਾਂ ਸਾਰਿਆਂ ਨੂੰ ਹੀ ਮਹਾਰਾਜ ਸੱਚੇ ਪਾਤਸ਼ਾਹ ਨੇ ਮਾਇਆ ਵੀ ਦਿੱਤੀ ਹੈ, ਸਰੋਪੇ ਵੀ ਦਿੱਤੇ ਹਨ। ਬਸਤਰ ਵੇ ਭੂਖਨ ਲੈ ਧਨ ਜਾਲੇ, ਸਭ ਨੂੰ ਬੜੇ ਸੋਹਣੇ ਬਸਤਰ, ਮਾਇਆ, ਖੁੱਲੇ ਗੱਫੇ ਵਰਤਾਏ ਗਏ ਹਨ। ਸਗਰੇ ਸ੍ਰੀ ਹਰਿ ਰਾਏ ਸਰਾਹੈ, ਤੇ ਸਾਰੇ ਦਾਨ ਲੈ ਕੇ ਸ੍ਰੀ ਹਰਿਰਾਏ ਸਾਹਿਬ ਦੀ ਸਰਾਹਨਾ ਕਰਦੇ ਹਨ। ਡੂਮ, ਭੱਟ, ਮਰਾਸ਼ੀ ਆਦਿਕ ਜਿਹੜੇ ਹਨ, ਉਹ ਕਵਿਤ ਬਣਾ ਬਣਾ ਕੇ ਸ੍ਰੀ ਹਰਿਰਾਏ ਸਾਹਿਬ ਜੀ ਦੀ ਸਿਫਤ ਗਾਇਨ ਕਰਦੇ ਹਨ। ਗੁਰ ਪਉਤਰ ਇਹ ਭਾਗ ਮਹਾ ਹੈ, ਕਹਿੰਦੇ ਨੇ ਇਹ ਗੁਰੂ ਦਾ ਪੋਤਰਾ, ਇਹ ਬੜਾ ਭਾਗਾਂ ਵਾਲਾ, ਇਹਦੇ ਬੜੇ ਪ੍ਰਤਾਪ ਭਾਗ ਜਾਗਣਗੇ, ਬੜਾ ਪ੍ਰਤਾਪ ਹੋਵੇਗਾ। ਆਜ ਪੁੱਤ ਸ਼ੋਭਾ ਪਾਏ ਰਹੇ ਹੈ, ਸ੍ਰੀ ਹਰਿਰਾਏ ਜੀ ਬੜੀ ਸ਼ੋਭਾ ਪਾ ਰਹੇ ਹਨ। ਗੁਰਤਾ ਪਦ ਜਨ ਆਜ ਲਹੇ ਹੈ, ਇਦਾਂ ਲੱਗਣ ਲੱਗ ਪਿਆ ਵੀ ਅੱਜ ਮਾਨੋ ਇਹਨਾਂ ਨੂੰ ਗੁਰਿਆਈ ਮਿਲ ਗਈ ਹੋਵੇ। ਹਾਲਾਂਕਿ ਗੁਰਿਆਈ ਅਜੇ ਨਹੀਂ ਮਿਲੀ, ਪਰ ਸੰਗਤਾਂ ਵਿੱਚ ਇਦਾਂ ਦਾ ਅੰਦਾਜ਼ਾ ਪੱਕਾ ਹੋ ਗਿਆ ਵੀ ਇਹੀ ਗੁਰੂ ਬਣਨਗੇ। ਔਚਕ ਸਭ ਨਿਰਜੈ ਫੁਰਿਆਈ, ਅਚਾਨਕ ਹੀ ਸਾਰਿਆਂ ਦੇ ਮਨਾਂ ਵਿੱਚ ਫੁਰਨਾ ਆਪੇ ਹੀ ਫੁਰ ਆਇਆ। ਕਿਸੇ ਨੇ ਦੱਸਿਆ ਨਹੀਂ, ਕਿਸੇ ਨੇ ਇੱਕ ਦੂਜੀ ਨਾਲ ਗੱਲ ਭਾਵੇਂ ਨਹੀਂ ਕੀਤੀ, ਪਰ ਸਾਰਿਆਂ ਦੇ ਮਨ ਵਿੱਚ ਇਹ ਗੱਲ ਆਪੇ ਹੀ ਆ ਗਈ ਹੈ। ਜਾਨੀ ਪਰ ਆਏ ਗੁਰਿਆਈ, ਲੱਗਦਾ ਹੈ ਵੀ ਜਿਹੜੀ ਅਗਲੀ ਗੁਰਤਾ ਗੱਦੀ ਹੈ ਇਹਨਾਂ ਕੋਲ ਹੀ ਆਉਣੀ ਹੈ। ਸਤਵੇਂ ਪਾਤਸ਼ਾਹ ਇਹੀ ਬਣਨਗੇ। ਇਮ ਮੰਗਲ ਕਰ ਸ਼ੋਕ ਨਸਾਵਾ, ਇਸ ਤਰ੍ਹਾਂ ਸਾਧ ਸੰਗਤ ਜੀ ਮੰਗਲਾਚਾਰ ਹੋਇਆ ਕੀਰਤਪੁਰ ਸਾਹਿਬ। ਜਿਹੜਾ ਬਾਬੇ ਗੁਰਦਿੱਤੇ ਜੀ ਦੇ ਚਲਾਣੇ ਨਾਲ ਬਹੁਤ ਵੱਡਾ ਸ਼ੋਕ ਆਇਆ ਸੀ, ਉਹ ਫਿਰ ਦੂਰ ਹੋ ਗਿਆ ਹੈ। ਅੰਤਰ ਬਹਿਰ ਪ੍ਰਮੋਦ ਵਧਾਵਾ, ਗੁਰੂ ਘਰ ਦੇ ਵਿੱਚ ਪ੍ਰਸੰਨਤਾ, ਖੁਸ਼ੀ, ਖੇੜਾ ਪਹਿਲੇ ਦੀ ਤਰ੍ਹਾਂ, ਉਸੇ ਤਰ੍ਹਾਂ ਹੀ ਰੌਣਕ ਮੇਲਾ, ਸੰਗਤਾਂ, ਕਥਾ ਕੀਰਤਨ, ਬਾਣੀ ਦੇ ਪ੍ਰਵਾਹ ਚੱਲਣ ਲੱਗ ਪਏ ਹਨ। ਦੇਤ ਅਸੀਸਾਂ ਸ੍ਰੀ ਹਰਿ ਰਾਏ, ਸਭ ਗਰੀਬ ਗੁਰਬੇ, ਸਾਰੀਆਂ ਸੰਗਤਾਂ, ਗੁਰੂ ਕੇ ਸਾਹਿਬਜ਼ਾਦੇ ਬਾਬੇ ਮੋਹਣ, ਬਾਬੇ ਸੁੰਦਰ ਜੀ ਵਰਗੇ, ਇਸੇ ਤਰ੍ਹਾਂ ਗੁਰੂ ਘਰ ਦੇ ਵੱਡੇ ਛੋਟੇ ਸਭ ਸ੍ਰੀ ਹਰਿਰਾਏ ਜੀ ਨੂੰ ਅਸੀਸਾਂ ਦਿੰਦੇ ਹਨ। ਕਿਉਂਕਿ ਉਸ ਵੇਲੇ ਸ੍ਰੀ ਹਰਿਰਾਏ ਜੀ ਦੀ ਉਮਰ 6-7 ਸਾਲ ਦੀ ਸੀ, ਬਹੁਤ ਛੋਟੀ ਅਵਸਥਾ ਵਿੱਚ ਸਨ। ਬੜੇ ਹੀ ਸੁੰਦਰ ਰੂਪ ਵਾਲੇ ਤੇ ਬੜੇ ਸੁਸ਼ੀਲ, ਮਿੱਠਾ ਸੁਭਾਅ, ਕੋਮਲ ਬਿਰਤੀ ਬੜੀ। ਸਾਰੇ ਹੀ ਕਹਿੰਦੇ ਨੇ ਇਹ ਸਾਹਿਬਜ਼ਾਦਾ ਵੱਡਾ ਹੋ ਕੇ ਬੜਾ ਪ੍ਰਤਾਪੀ ਹੋਵੇਗਾ। ਧੀਰ ਮਲ ਕੀ ਨਿੰਦ ਅਲਾਏ, ਪਰ ਧੀਰਮਲ ਦੀ ਨਿੰਦਾ ਹੁੰਦੀ ਹੈ। ਸਾਰੇ ਕਹਿੰਦੇ ਧੀਰਮਲ ਨੇ ਚੰਗਾ ਨਹੀਂ ਕੀਤਾ, ਉਹਨੂੰ ਆਪਣੇ ਪਿਤਾ ਦੇ ਭੋਗ ਤੇ ਜ਼ਰੂਰ ਆਉਣਾ ਚਾਹੀਦਾ ਸੀ। ਉਹਨੂੰ ਗੁਰੂ ਸਾਹਿਬ ਸਤਿਗੁਰੂ ਛੇਵੇਂ ਪਾਤਸ਼ਾਹ ਆਪਣੇ ਦਾਦਾ ਜੀ ਕੋਲ ਪਹੁੰਚਣਾ ਚਾਹੀਦਾ ਸੀ। ਦੋਹਰਾ ਇਸ ਪ੍ਰਕਾਰ ਸ੍ਰੀ ਸਤਿਗੁਰੂ ਕੇਤਕ ਦਿਵਸ ਬਿਤਾਏ, ਇਸ ਪ੍ਰਕਾਰ ਸਤਿਗੁਰੂ ਮਹਾਰਾਜ ਜੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਕੁਝ ਦਿਨ ਬਤੀਤ ਕੀਤੇ ਹਨ। ਸਭਾ ਲਗਾਏ ਬਿਰਾਜਹੀ, ਗਾਵਹਿ ਸ਼ਬਦ ਸੁਨਾਏ। ਸਭਾ ਲਾ ਕੇ ਮਹਾਰਾਜ ਹੁਣ ਉਹ ਦੀਵਾਨ ਲਾ ਕੇ ਬੈਠਦੇ ਹਨ। ਰਾਗੀ ਸਿੰਘ ਬੜੇ ਪ੍ਰੇਮ ਨਾਲ ਕੀਰਤਨ ਕਰਦੇ ਹਨ। ਚੌਪਾਈ ਕੇਤਕ ਸੰਗਤ ਲਿਏ ਮਸੰਦ, ਤੇ ਸੰਗਤਾਂ ਜਿਹੜੀਆਂ ਦੂਰ ਦੇਸ਼ ਤੇ ਜੇ ਨਹੀਂ ਸੀ ਆ ਸਕੀਆਂ ਬਾਬੇ ਗੁਰਦਿੱਤੇ ਦੇ ਭੋਗ ਤੇ, ਉਹ ਦੂਰ ਸਨ,
ਉਹ ਮਸੰਤ ਉਹਨਾਂ ਸੰਗਤਾਂ ਨੂੰ ਲੈ ਕੇ ਵੀ ਆਉਂਦੇ ਰਹਿੰਦੇ ਹਨ। ਕਰ ਕਰ ਬੰਧਨ ਜੁਗ ਕਰ ਬੰਦ। ਜਿਹੜੀਆਂ ਆਈਆਂ ਸੰਗਤਾਂ ਉਹ ਮੱਥਾ ਟੇਕ ਕੇ ਗੁਰੂ ਸਾਹਿਬ ਤੋਂ ਆਸ਼ੀਰਵਾਦ ਲੈ ਕੇ ਜਾਂਦੀਆਂ ਹਨ ਤੇ ਹੋਰ ਆ ਜਾਂਦੀਆਂ ਹਨ। ਹੁਕਮ ਪਾਏ ਨਿਜ ਸਦਨ ਸਿਧਾਰੇ। ਜਿਹੜੇ ਭੋਗ ਤੇ ਆਏ ਸੀ ਉਹ ਤਾਂ ਆਗਿਆ ਲੈ ਕੇ ਆਪੋ ਆਪਣੇ ਪਿੰਡਾਂ ਨਗਰਾਂ ਸ਼ਹਿਰਾਂ ਨੂੰ ਵਾਪਸ ਪਰਤ ਗਏ। ਜਹਾਂ ਕਹਾਂ ਗੁਰ ਸੁਜਸ ਉਚਾਰੇ। ਜਿੱਥੇ ਵੀ ਜਾਂਦੇ ਨੇ ਗੁਰੂ ਦਾ ਜਸ ਕਰਦੇ ਨੇ। ਗੁਰਸਿੱਖਾਂ ਕੇ ਮਨ ਭਾਉਂਦੀ ਗੁਰ ਸਤਿਗੁਰ ਕੀ ਵਡਿਆਈ। ਸੇਵਕ ਸਿੱਖ ਸਭ ਵੇਖ ਵੇਖ ਜੀਵਨ ਉਹਨਾਂ ਅੰਤਰ ਹਿਰਦੈ ਪਾਈ। ਗੁਰੂ ਕੇ ਸਿੱਖਾਂ ਨੂੰ ਤਾਂ ਗੁਰੂ ਦੀ ਵਡਿਆਈ ਚੰਗੀ ਲੱਗਦੀ ਹੈ ਤੇ ਗੁਰੂ ਦੇ ਸਿੱਖ ਵਡਿਆਈ ਕਰਦੇ ਨੇ, ਸੁਣਦੇ ਨੇ, ਸੁਣਾਉਂਦੇ ਨੇ। ਜਿੱਥੇ ਵੀ ਜਾਂਦੇ ਨੇ ਆਪਣੇ ਗੁਰੂ ਦਾ ਜਸ ਕਰਦੇ ਨੇ। ਕੇਤਕ ਸਤਿਗੁਰ ਕੇ ਢਿਗ ਰਹੇ। ਕੁਝ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਹੀ ਰਹਿ ਗਏ ਨੇ। ਇਹੋ ਜਿਹੇ ਪ੍ਰੇਮੀ ਹਨ ਜਿਹੜੇ ਕਹਿੰਦੇ ਅਜੇ ਹੋਰ ਮਹਾਰਾਜ ਦੇ ਦਰਸ਼ਨ ਕਰੀਏ, ਹੋਰ ਗੁਰੂ ਦੀ ਸੰਗਤ ਕਰੀਏ, ਹੋਰ ਬਾਣੀ ਸੁਣੀਏ, ਹੋਰ ਸੇਵਾ ਕਰੀਏ। ਦੀਪਮਾਲ ਕੋ ਮੇਲਾ ਲਹੇ। ਥੋੜੇ ਦਿਨਾਂ ਨੂੰ ਹੁਣ ਦੀਵਾਲੀ ਦਾ ਮੇਲਾ ਨੇੜੇ ਆ ਗਿਆ ਹੈ। ਦੀਪਮਾਲ ਦਾ ਦੀਵਾਲੀ ਦਾ ਮੇਲਾ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਗਵਾਲੀਅਰ ਤੋਂ ਆਏ ਸੀ 52 ਰਾਜਿਆਂ ਨੂੰ ਛੁਡਾ ਕੇ, ਉਦੋਂ ਬਾਬੇ ਬੁੱਢੇ ਸਾਹਿਬ ਜੀ ਨੇ ਅੰਮ੍ਰਿਤਸਰ ਵਿੱਚ ਲਾਉਣਾ ਸ਼ੁਰੂ ਕੀਤਾ ਸੀ। ਉਸ ਤੋਂ ਬਾਅਦ ਇਹ ਮੇਲਾ ਸ਼ੁਰੂ ਹੋਇਆ। ਅੰਮ੍ਰਿਤਸਰ ਵੀ ਲੱਗਦਾ ਹੈ, ਜਿੱਥੇ ਗੁਰੂ ਸਾਹਿਬ ਜਾ ਕੇ ਰਹਿੰਦੇ ਨੇ ਉੱਥੇ ਵੀ ਲੱਗਦਾ ਹੈ। ਸੋ ਐਤਕੀ ਕੀਰਤਪੁਰ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਦੀਪਮਾਲਾ ਦਾ ਮੇਲਾ ਆ ਗਿਆ ਹੈ। ਥੋੜੇ ਦਿਵਸ ਅਹਾਂ ਤਿਸ ਮਾਹੇ। ਦੀਪਮਾਲਾ ਦੇ ਮੇਲੇ ਅੱਗੇ ਜੇ ਥੋੜੇ ਦਿਨ ਰਹਿੰਦੇ ਸਨ ਜਦੋਂ ਬਾਬਾ ਗੁਰਦਿੱਤਾ ਜੀ ਦਾ ਭੋਗ ਪਿਆ ਹੈ। ਇਸ ਕਰਕੇ ਕਈ ਪ੍ਰੇਮੀ ਕਹਿੰਦੇ ਵੀ ਮੇਲੇ ਤੇ ਦੁਬਾਰਾ ਆਉਣ ਨਾਲੋਂ ਇੱਥੇ ਹੀ ਰਹੀਏ, ਮੇਲਾ ਕਰਕੇ ਹੀ ਜਾਵਾਂਗੇ। ਸੋ ਕਰ ਕਹਿ ਨਿਜ ਘਰ ਕੋ ਚਾਹੇ। ਗੁਰੂ ਘਰ ਵਿੱਚ ਜੋੜ ਮੇਲਾ ਕਰਕੇ ਦੀਪਮਾਲਾ ਦਾ ਫਿਰ ਆਪਣੇ ਘਰਾਂ ਨੂੰ ਮੁੜਾਂਗੇ। ਕਬ ਕਬ ਸਤਿਗੁਰ ਚੜ੍ਹੈ ਤੁਰੰਗ। ਕਦੀ ਕਦੀ ਹੁਣ ਮਹਾਰਾਜ ਘੋੜੇ ਤੇ ਚੜ੍ਹਦੇ ਹਨ। ਦੇਖੈ ਸਤਦਰਵ ਤੀਰਤ ਰੰਗ। ਤੇ ਮਹਾਰਾਜ ਘੋੜੇ ਤੇ ਚੜ੍ਹ ਕੇ ਬਹੁਤ ਦੂਰ ਨਹੀਂ ਜਾਂਦੇ, ਨੇੜੇ ਸਤਲੁਜ ਦਰਿਆ ਦੇ ਕੰਢੇ ਚਲੇ ਜਾਂਦੇ ਆ ਸ਼ਾਮ ਨੂੰ ਤੇ ਸਤਲੁਜ ਦੀਆਂ ਲਹਿਰਾਂ ਦੇਖਦੇ ਹਨ। ਮੰਦ ਮੰਦ ਹੈ ਪੰਥ ਚਲਾਵੈ। ਤੇ ਹੌਲੇ ਹੌਲੇ ਘੋੜਾ ਤੋਰਦੇ ਆਪਣੀ ਮੌਜ ਵਿੱਚ। ਘੋੜੇ ਤੇ ਬਹਿ ਕੇ ਦਰਿਆ ਦੇ ਕਿਨਾਰੇ ਦੀ ਸੈਰ ਕਰਦੇ ਆ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਮਹਾਰਾਜ। ਕੂਲ ਹੈ ਕੂਲ ਬਿਲੋਕਤ ਜਾਵੈ। ਕਿਨਾਰੇ ਕਿਨਾਰੇ ਦਰਿਆ ਦੇ ਨਾ ਬਰੇਤੀ 'ਚ ਘੋੜਾ ਤੋਰੀ ਜਾਂਦੇ ਆ, ਨਾਲ ਮਹਾਰਾਜ ਦੀ ਫੌਜ ਹੁੰਦੀ ਹੈ ਤੇ ਮਹਾਰਾਜ 2-4 ਮੀਲ 5 ਮੀਲ ਤੱਕ ਘੋੜਾ ਘੁਮਾ ਕੇ ਤੇ ਫਿਰ ਆ ਜਾਂਦੇ ਹਨ। ਨੇਤਰ ਤੁੰਗ ਕੇ ਸੈਲਨ ਤਰੇ। ਸਾਧ ਸੰਗਤ ਜੀ, ਜਿਹੜਾ ਪਹਾੜਾਂ ਦੇ ਵਿੱਚ ਨੇਤਰ ਤੁੰਗ ਨੈਣਾ ਦੇਵੀ ਦਾ ਟਿੱਲਾ ਹੈ, ਇਹ ਸਾਰਾ ਸਭ ਤੋਂ ਉੱਚਾ ਉਹੀ ਜਗ੍ਹਾ ਸਥਾਨ ਹੈ। ਇਸ ਕਰਕੇ ਉਹਨੂੰ ਨੇਤਰ ਤੁੰਗ ਬਾਣੀ 'ਚ ਵੀ ਲਿਖਿਆ ਨਾ, ਨੇਤਰ ਤੁੰਗ ਕੇ ਚਰਨ ਤਰ ਸ਼ਤਦਰਵ ਤੀਰਤ ਰੰਗ। ਉਹਨਾਂ ਪਹਾੜਾਂ ਦੇ ਥੱਲੇ ਸੈਲ ਕਰਤ ਸੁੰਦਰ ਥਲ ਫਿਰੇ। ਮਹਾਰਾਜ ਸੈਲ ਕਰਦੇ ਨੇ, ਸੋਹਣੀਆਂ ਥਾਵਾਂ ਤੇ ਵਿਚਰਦੇ ਨੇ। ਅਲਬ ਉਤੰਗਨ ਥਲ ਕੋਹੇ ਰਹਿ। ਉੱਚੀਆਂ ਨੀਵੀਆਂ ਛੋਟੀਆਂ ਵੱਡੀਆਂ ਪਹਾੜੀਆਂ ਦੇ ਵਿੱਚ ਫਿਰਦੇ ਨੇ ਮਹਾਰਾਜ। ਬਹੁਤ ਸਥਾਨ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੀਰਤਪੁਰ ਸਾਹਿਬ ਤੋਂ ਲੈ ਕੇ ਨੰਗਲ ਤੱਕ, ਊਨਾ ਸਾਹਿਬ ਤੱਕ, ਇੱਧਰ ਨਾਲਾਗੜ੍ਹ ਤੱਕ ਕਾਫੀ ਸਥਾਨ ਨੇ ਜਿਹੜੇ ਸਾਧ ਸੰਗਤ ਜੀ ਆਪਾਂ ਪਤਾ ਹੀ ਨਹੀਂ। ਇੱਕ ਗੁਰਮੁਖ ਪਿਆਰੇ ਹੋਏ ਨੇ ਭਾਈ ਧੰਨਾ ਸਿੰਘ ਜੀ, ਸਾਈਕਲ ਯਾਤਰੂ। 1930 ਤੋਂ ਲੈ ਕੇ 1934 ਤੱਕ 4 ਸਾਲ ਉਹਨਾਂ ਨੇ ਸਾਧ ਸੰਗਤ ਜੀ ਗੁਰਧਾਮਾਂ ਦੀ ਯਾਤਰਾ ਕੀਤੀ ਹੈ। 8 ਡਾਇਰੀਆਂ ਉਹਨਾਂ ਨੇ ਲਿਖੀਆਂ ਸਨ, ਜਿਹੜੀਆਂ ਹੁਣ ਕੋਈ 90 ਸਾਲ ਪਿੱਛੋਂ ਛਪੀਆਂ ਹਨ। ਪਟਿਆਲੇ ਦੇ ਰਹਿਣ ਵਾਲੇ ਸਨ ਭਾਈ ਧੰਨਾ ਸਿੰਘ ਜੀ। ਉਹਨਾਂ ਨੇ ਉਹ ਗ੍ਰੰਥ ਬਹੁਤ ਵੱਡਾ ਹੁਣ ਬਣ ਗਿਆ ਹੈ ਤੇ ਉਹਦੇ ਵਿੱਚ ਸਾਨੂੰ ਪਤਾ ਲੱਗਦਾ ਵੀ ਕਿਹੜੇ ਕਿਹੜੇ ਥਾਵਾਂ 'ਤੇ ਪਿੰਡਾਂ 'ਚ ਦੂਰ ਦੂਰ ਕਾਬਲ ਤੋਂ ਲੈ ਕੇ ਉਹ ਬੰਗਲਾਦੇਸ਼ ਤਾਈਂ ਗਏ ਹੈ ਸਾਈਕਲ 'ਤੇ, ਅੱਜ ਤੋਂ 100 ਸਾਲ ਪਹਿਲਾਂ। ਤੇ ਉਹਨਾਂ ਦਿਨਾਂ ਵਿੱਚ ਕੈਮਰਾ ਵੀ ਲੈ ਕੇ ਗਏ ਆ। ਹਾਲਾਂਕਿ ਕੈਮਰਾ ਉਦੋਂ ਬਹੁਤ ਮਹਿੰਗਾ ਪੈਂਦਾ ਸੀ। ਉਹ ਮਹਾਰਾਜਾ ਪਟਿਆਲਾ ਦੇ ਡਰਾਈਵਰ ਸਨ, ਪਰ ਗੁਰੂ ਕੀ ਲਗਨ ਇੰਨੀ ਲੱਗੀ, 25 ਸਾਲ ਦੀ ਉਮਰ ਦੇ ਵਿੱਚ ਹੀ ਨੌਕਰੀ ਛੱਡ ਕੇ 1905 ਦਾ ਉਹਨਾਂ ਦਾ ਜਨਮ ਸੀਗਾ
30 ਦੇ ਵਿੱਚ ਉਹ ਨੌਕਰੀ ਛੱਡ ਕੇ ਚਲੇ ਵੀ ਗਏ ਸਨ ਸਾਈਕਲ 'ਤੇ। ਅਤੇ ਹਿੰਦੁਸਤਾਨ ਦੇ ਹਜ਼ੂਰ ਸਾਹਿਬ ਤੱਕ, ਬੰਗਲਾਦੇਸ਼ ਤੱਕ, ਅਸਾਮ ਤੱਕ, ਇੱਧਰ ਸਾਧ ਸੰਗਤ ਜੀ ਪਿਸ਼ਾਵਰ ਵਾਲੇ ਪਾਸੇ ਨਨਕਾਣਾ ਸਾਹਿਬ, ਪੰਜਾ ਸਾਹਿਬ, ਪਹਾੜਾਂ ਵਿੱਚ ਜੰਮੂ ਕਸ਼ਮੀਰ ਅਤੇ ਪਹਾੜਾਂ ਦੇ ਸਾਰੇ ਗੁਰਦੁਆਰਿਆਂ ਦੀ ਉਹਨਾਂ ਨੇ ਉੱਥੋਂ ਦੀਆਂ ਜਾ ਕੇ ਫੋਟੋਆਂ ਖਿੱਚੀਆਂ ਜਾਂ ਉੱਥੋਂ ਦਾ ਇਤਿਹਾਸ ਲਿਖਿਆ। ਉਹ 'ਚ ਪਤਾ ਲੱਗਦਾ ਵੀ 6ਵੇਂ ਪਾਤਸ਼ਾਹ ਦੇ ਬਹੁਤ ਅਸਥਾਨ ਨੇ ਜਿਹੜੇ ਸਾਂਭੇ ਹੀ ਨਹੀਂ ਅਜੇ ਤੱਕ ਅਸੀਂ। ਉਦੋਂ ਵੀ ਮਸਤਾਨੇ ਹੀ ਪਏ ਸਨ, ਕੋਈ ਦਰਖਤ ਪਏ ਸਨ, ਕੋਈ ਨਿਸ਼ਾਨੀਆਂ, ਕੋਈ ਥੜੇ, ਕੋਈ ਮੰਜੀ ਸਾਹਿਬ ਬਣੇ ਹੋਏ ਸਨ, ਪਰ ਗੁਰਦੁਆਰੇ ਨਹੀਂ ਬਣੇ ਸਨ। ਸੋ ਇਹੋ ਜਿਹੇ ਅਸਥਾਨਾਂ 'ਤੇ ਜਾਣਾ ਚਾਹੀਦਾ ਹੈ, ਉਹਨਾਂ ਅਸਥਾਨਾਂ ਦੀ ਸੇਵਾ ਕਰਨੀ ਚਾਹੀਦੀ ਹੈ। ਗੁਰਸਿੱਖੀ ਸੋ ਥਾਨ ਭਾਲਿਆ, ਲੈ ਧੂਰ ਮੁਖ ਲਾਵਾ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਸੋ ਇਹ ਅਸਥਾਨ ਜਿਹੜਾ ਹੈ ਕੀਰਤਪੁਰ ਸਾਹਿਬ ਦੇ ਆਲੇ ਦੁਆਲੇ ਬਹੁਤ ਅਸਥਾਨਾਂ 'ਤੇ ਮਹਾਰਾਜ ਸੈਲ ਕਰਨ ਘੋੜੇ 'ਤੇ ਜਾਂਦੇ ਹਨ। ਕਬਹੂ ਕੰਦਰਾ ਮਹਿ ਹੈ ਪ੍ਰੇਰ ਹੈ। ਕਦੀ ਸਾਧ ਸੰਗਤ ਜੀ ਪਹਾੜ ਦੀਆਂ ਕੰਦਰਾਂ ਵਿੱਚ ਜਾ ਕੇ ਮਹਾਰਾਜ ਘੋੜਾ ਘੁਮਾ ਕੇ ਲਿਆਉਂਦੇ ਹਨ। ਕਹਿ ਭਾਨੇ ਕਹੋ ਸੰਗ ਚੜਾਵੈ। ਕਦੀ ਕਦੀ ਬ੍ਰਹਮ ਗਿਆਨੀ ਭਾਈ ਭਾਨਾ ਜੀ ਨੂੰ ਵੀ ਨਾਲ ਲੈ ਜਾਂਦੇ, ਭਾਈ ਸਾਹਿਬ ਤੁਸੀਂ ਘੋੜੇ 'ਤੇ ਚੜ੍ਹੋ ਅੱਜ। ਭਾਵੇਂ ਭਾਈ ਭਾਨਾ ਜੀ ਬਹੁਤ ਬਿਰਧ ਹੋ ਗਏ, ਬਾਬਾ ਬੁੱਢਾ ਜੀ ਦੇ ਪੁੱਤਰ ਜੋ ਹਨ, ਪਰ ਉਹ ਵੀ ਮਹਾਰਾਜ ਦੇ ਹੁਕਮ ਦੇ ਵਧੇ ਹੋਏ ਨਾਲ ਜਾਂਦੇ ਹਨ। ਚੜ੍ਹੈ ਜੋਧ ਆਨੰਦ ਉਪਜਾਵੈ। ਭਾਈ ਜੋਧ ਸ਼ਾਹ ਦੀਨੇ ਕਾਂਗੜ ਵਾਲਾ ਉਹ ਵੀ ਆਪਣੇ ਨਾਲ ਫੌਜ ਲੈ ਕੇ ਜਾਂਦਾ ਹੈ ਸਤਿਗੁਰੂ ਜੀ ਦੇ ਨਾਲ। ਕਿਤ ਬੈਸੈ ਥਲ ਨੀਕੋ ਜਾਨ। ਕਦੇ ਸੱਚੇ ਪਾਤਸ਼ਾਹ ਜੀ ਸਾਫ ਸੁਥਰੀ ਜਗ੍ਹਾ ਵੇਖ ਕੇ ਬੈਠ ਵੀ ਜਾਂਦੇ ਹਨ। ਲਗੈ ਸਭਨ ਕੋ ਤਹਾਂ ਦੀਵਾਨ। ਤੇ ਉੱਥੇ ਦੀਵਾਨ ਲੱਗ ਜਾਂਦਾ ਹੈ, ਉੱਥੇ ਹੀ ਕੀਰਤਨ ਕਥਾ ਹੋਣ ਲੱਗ ਜਾਂਦੀ। ਜੰਗਲਾਂ ਵਿੱਚ ਕਈ ਜਗ੍ਹਾ 'ਤੇ ਇਹੋ ਜਿਹੀ ਥਾਂ ਹੁੰਦੀ ਬੜੀ ਰਮਣੀਕ ਜੀ, ਮਹਾਰਾਜ ਦਾ ਮਨ ਜੁੜ ਜਾਂਦਾ, ਉੱਥੇ ਬੈਠ ਜਾਂਦੇ ਨੇ। ਨਾਲ ਭਾਈ ਭਾਨਾ ਜੀ, ਭਾਈ ਜੋਧ ਸ਼ਾਹ ਜੀ ਵਰਗੇ ਬੇਅੰਤ ਸਿੱਖ ਬੈਠ ਜਾਂਦੇ ਨੇ। ਉੱਥੇ ਹੀ ਕੀਰਤਨ ਕਥਾ ਬਚਨ ਬਿਲਾਸ ਮਹਾਰਾਜ ਕਰਦੇ ਨੇ। ਵਿਧੀ ਚੰਦ ਬਹੁਕਾਰ ਸੰਭਾਰੀ। ਗੁਰੂ ਘਰ ਦੀ ਸਾਰੀ ਜ਼ਿੰਮੇਵਾਰੀ, ਗੁਰੂ ਘਰ ਦਾ ਪ੍ਰਬੰਧ ਬਾਬਾ ਬਿਧੀ ਚੰਦ ਜੀ ਨੇ ਸੰਭਾਲਿਆ ਹੋਇਆ ਹੈ। ਗੁਰੂ ਸਦਨ ਕੀ ਠਾਨਾ ਸਾਰੀ। ਗੁਰੂ ਘਰ ਦਾ ਜਿਹੜਾ ਮੈਨੇਜਮੈਂਟ ਹੈ, ਗੁਰੂ ਘਰ ਦੀ ਲੰਗਰ ਦਾ ਬੰਦੋਬਸਤ, ਬਿਲਡਿੰਗਾਂ ਦਾ, ਘੋੜਿਆਂ ਦਾ, ਫੌਜ ਦਾ ਬਹੁਤ ਵੱਡਾ ਰਾਜਿਆਂ ਮਹਾਰਾਜਿਆਂ ਵਾਲਾ ਇਹ ਪ੍ਰਬੰਧ ਹੈ। ਉਹ ਸਾਰਾ ਬਾਬਾ ਬਿਧੀ ਚੰਦ ਜੀ ਆਪਣੀ ਨਿਗਾਹ ਵਿੱਚ ਕਰਵਾਉਂਦੇ ਹਨ। ਦਿਨ ਪ੍ਰਤ ਦੇਗ ਹੋਏ ਅਧਿਕਾਈ। ਗੁਰੂ ਦਾ ਲੰਗਰ ਬਹੁਤ ਪੱਕਦਾ ਹੈ। ਹੁਣ ਦੇਖੋ ਹਜ਼ਾਰਾਂ ਸੰਗਤਾਂ ਆਉਂਦੀਆਂ ਨੇ, ਹਜ਼ਾਰਾਂ ਗੁਰੂ ਦੀਆਂ ਫੌਜਾਂ ਨੇ, ਤੇ ਗੁਰੂ ਕੀ ਸੰਗਤ ਵਾਸਤੇ, ਫੌਜ ਵਾਸਤੇ ਲੰਗਰ ਬੇਅੰਤ ਪੱਕਦਾ ਹੈ। ਸਿੱਖ ਸੰਗਤ ਅਚਵਹਿ ਸਮੁਦਾਇ। ਸਿੱਖ ਸੰਗਤਾਂ ਬੜੇ ਪ੍ਰੇਮ ਨਾਲ ਲੰਗਰ ਛਕਦੀਆਂ ਨੇ। ਆਵੈ ਜਾਹੇ ਸਮੂਹ ਹਮੇਸ਼। ਸਾਧ ਸੰਗਤ ਜੀ ਗੁਰੂ ਸਾਹਿਬ ਦੇ ਦਰਬਾਰ 'ਚ ਹਜ਼ਾਰਾਂ ਸੰਗਤਾਂ ਆਉਂਦੀਆਂ ਨੇ, ਹਜ਼ਾਰਾਂ ਰਹਿੰਦੀਆਂ ਨੇ, ਹਜ਼ਾਰਾਂ ਜਾਂਦੀਆਂ ਨੇ। ਆਵਾਜਾਈ ਲੱਗੀ ਰਹਿੰਦੀ ਹੈ। ਕੋਈ ਦਿਨ ਐਸਾ ਨਹੀਂ ਜਿਸ ਦਿਨ ਕਈ ਹਜ਼ਾਰਾਂ ਵਾਸਤੇ ਲੰਗਰ ਨਾ ਪੱਕਦਾ ਹੋਵੇ। ਸੋ ਪ੍ਰਸ਼ਾਦਾ ਤਾਂ ਸਾਧ ਸੰਗਤ ਜੀ ਘਰ ਇੱਕ ਪ੍ਰਾਹੁਣਾ ਆ ਜੇ ਸਾਡੇ ਕੋਲੋਂ ਨਹੀਂ ਛਕਾਇਆ ਜਾਂਦਾ। ਉਹ ਸੱਚੇ ਪਾਤਸ਼ਾਹ ਮਹਾਰਾਜ ਧੰਨ ਹਨ ਜਿਹੜੇ ਹਜ਼ਾਰਾਂ ਦਾ ਪੇਟ ਭਰਦੇ ਹਨ। ਤ੍ਰਿਪਤ ਹੈ ਭੋਜਨ ਦੇਗ ਅਸ਼ੇਸ਼। ਸਤਿਗੁਰੂ ਜੀ ਦੀ ਦੇਗ ਅਟੁੱਟ ਵਰਤਦੀ ਹੈ, ਸਾਰੇ ਰੱਜ ਕੇ ਛਕਦੇ ਹਨ। ਨਾਨਾ ਭਾਂਤ ਬਨੈ ਰਸ ਸਵਾਦ। ਨਾਨਾ ਪ੍ਰਕਾਰ ਦੇ ਸਵਾਦਿਸ਼ਟ ਵਧੀਆ ਭੋਜਨ ਬਣਦੇ ਹਨ ਤੇ ਸਾਰੀਆਂ ਸੰਗਤਾਂ ਛਕਦੀਆਂ ਨੇ। ਦਾਲ ਫੁਲਕਾ ਹੀ ਨਹੀਂ, ਗੁਰੂ ਕੇ ਲੰਗਰਾਂ ਵਿੱਚ ਖੀਰਾਂ, ਕੜਾਹ, ਪੂੜੀਆਂ 36 ਪ੍ਰਕਾਰ ਦੇ ਸਵਾਦਿਸ਼ਟ ਭੋਜਨ ਬਣਦੇ ਹਨ। ਮਿਲੈ ਸੰਤ ਸਿੱਖ ਭਨ ਸੰਵਾਦ। ਔਰ ਸੰਗਤਾਂ ਸੰਤ ਮਹਾਂਪੁਰਸ਼ ਸਾਧੂ ਬ੍ਰਹਮ ਗਿਆਨੀ ਬਹੁਤ ਆਉਂਦੇ ਹਨ। ਉਹ ਬਹਿ ਕੇ ਵਿਚਾਰ ਕਰਦੇ ਹਨ ਬ੍ਰਹਮ ਦੀ। ਆਹ ਜਿਹੜੀਆਂ ਅੱਜ ਕੱਲ੍ਹ ਵਿਚਾਰਾਂ ਚੱਲ ਪਈਆਂ ਕਿੰਤੂ ਪਰੰਤੂ ਵਾਲੀਆਂ, ਇਹ ਨਹੀਂ। ਉਹ ਵਿਚਾਰਾਂ ਆਤਮਾ ਦੀਆਂ ਹਨ। ਮੈਂ ਕੌਣ ਹਾਂ, ਮੈਂ ਕਿੱਥੋਂ ਆਇਆ ਹਾਂ, ਮੈਂ ਕਿੱਥੇ ਜਾਣਾ ਹੈ, ਇਹ ਸੰਸਾਰ ਕੀ ਹੈ, ਮਾਇਆ ਕਿਸ ਨੂੰ ਕਹਿੰਦੇ ਹਨ, ਜੀਵ ਕੀ ਹੈ, ਮਨ ਕੀ ਹੈ, ਬੁੱਧੀ ਕੀ ਹੈ। ਇਹ ਵਿਚਾਰਾਂ ਸੂਖਸ਼ਮ ਜਿਹੜੀਆਂ ਹਨ
ਉਹ ਸੰਤ ਮਹਾਂਪੁਰਸ਼ ਬ੍ਰਹਮ ਗਿਆਨੀ ਬੈਠ ਕੇ ਕਰਦੇ ਹਨ। ਦਰਸ਼ਹਿ ਲਾਗ ਦੀਰਘ ਮਿਲ ਸਭ ਹੂੰ। ਵੱਡੇ ਛੋਟੇ ਗੁਰੂ ਕੇ ਸਿੱਖ ਸਭ ਆਉਂਦੇ ਹਨ, ਮਹਾਰਾਜ ਦੇ ਦਰਸ਼ਨ ਕਰਦੇ ਹਨ। ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਪਾਤਸ਼ਾਹ ਦੇ ਦਰਸ਼ਨ ਕਰਕੇ ਹੀ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਸਤਿਗੁਰ ਸਭਾ ਲਗਾਵੈ ਜਬ ਹੂੰ। ਜਦੋਂ ਮਹਾਰਾਜ ਦਰਬਾਰ ਲਾਉਂਦੇ ਨੇ, ਗੁਰੂ ਦੇ ਦਰਬਾਰ ਵਿੱਚ ਹਰ ਇੱਕ ਪ੍ਰਾਣੀ, ਹਿੰਦੂ ਹੋਵੇ, ਮੁਸਲਮਾਨ ਹੋਵੇ, ਬਾਹਮਣ ਹੋਵੇ, ਖੱਤਰੀ ਹੋਵੇ, ਵੈਸ਼ ਹੋਵੇ, ਸ਼ੂਦਰ ਹੋਵੇ, ਭਾਵੇਂ ਕੋਈ ਰਾਜਾ ਹੋਵੇ ਤੇ ਭਾਵੇਂ ਕੋਈ ਭਿਖਾਰੀ ਹੋਵੇ, ਮਾੜੇ ਤੋਂ ਮਾੜਾ ਤੇ ਤਗੜੇ ਤੋਂ ਤਗੜਾ, ਗਰੀਬ ਤੋਂ ਗਰੀਬ, ਅਮੀਰ ਤੋਂ ਅਮੀਰ, ਹਰ ਬੰਦਾ ਆ ਸਕਦਾ ਹੈ। ਗੁਰੂ ਸਾਹਿਬ ਦੇ ਦਰਸ਼ਨ ਸਾਰੇ ਕਰਦੇ ਹਨ। ਆਦ ਜੋਰ ਗੁਰਮੁਖ ਤੇ ਪੈਨ। ਤੇ ਹੱਥ ਜੋੜ ਕੇ ਬੈਠੇ ਰਹਿੰਦੇ ਸਿੱਖ, ਤੇ ਗੁਰੂ ਸਾਹਿਬ ਦੇ ਮੁਖਾਰਬਿੰਦ ਵੱਲ ਵੇਖੀ ਜਾਂਦੇ ਜਿਵੇਂ ਚੰਦ ਨੂੰ ਚਕੋਰ ਵੇਖਦੀ ਹੋਵੇ। ਇਦਾਂ ਬਸ ਤਰਸਦੇ ਰਹਿੰਦੇ ਆ ਸਿੱਖ ਵੀ ਅਗਲਾ ਬਚਨ ਕੀ ਕਰਨਗੇ ਮਹਾਰਾਜ। ਤੇ ਸਤਿਗੁਰਾਂ ਦੀ ਰਸਨਾ ਤੋਂ ਗੁਰ ਰਸਨਾ ਅੰਮ੍ਰਿਤ ਬੋਲਦੀ, ਅੰਮ੍ਰਿਤਮਈ ਬੋਲ ਮਹਾਰਾਜ ਦੀ ਰਸਨਾ ਤੋਂ ਨਿਕਲਦੇ ਹਨ। ਸੁਨਹਿ ਭਗਤ ਆਤਮ ਰਸ ਐਨ। ਜਿਹੜੇ ਗੁਰੂ ਦੇ ਭਗਤ ਹਨ, ਗੁਰੂ ਦੇ ਪਿਆਰੇ ਹਨ, ਆਤਮ ਰਸ ਲੈਂਦੇ ਹਨ। ਆਪ ਦੁਨਿਆਵੀ ਰਸ ਤੇ ਸਾਧ ਸੰਗਤ ਜੀ ਗੱਲਾਂ ਬਾਤਾਂ ਦੇ ਇੱਧਰ ਉੱਧਰ ਦੇ ਆਪਾਂ ਲੈਂਦੇ ਹਾਂ, ਸੰਸਾਰੀ ਬੰਦੇ, ਉਹੀ ਸਾਡੇ ਅੰਦਰ ਕੂੜ ਕਬਾੜ ਭਰਿਆ ਰਹਿੰਦਾ ਹੈ, ਜ਼ਹਿਰ ਹੀ ਭਰਿਆ ਰਹਿੰਦਾ ਹੈ। ਤੇ ਜਿਨ੍ਹਾਂ ਨੇ ਬਾਣੀ ਸੁਣਨੀ, ਗੁਰੂ ਦੀ ਆਤਮ ਰਸ ਲੈਣਾ ਹੈ, ਉਹਨਾਂ ਦੇ ਅੰਦਰ ਅੰਮ੍ਰਿਤ ਭਰ ਜਾਂਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਮੀਰੀ ਪੀਰੀ ਦੇ ਮਾਲਕ ਜਦੋਂ ਕਥਾ ਕਰਦੇ ਹਨ, ਅੰਮ੍ਰਿਤਮਈ ਬਚਨ ਕਰਦੇ ਹਨ, ਗੁਰੂ ਕੇ ਭਗਤ ਪਿਆਰੇ ਸੁਣਦੇ ਹਨ। ਗੁਰਮਤਿ ਕੋ ਪ੍ਰਾਪਤ ਗਨ ਹੋਏ। ਸਾਧ ਸੰਗਤ ਜੀ, ਹਜ਼ਾਰਾਂ ਲੋਕਾਂ ਨੂੰ ਗੁਰਮਤਿ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਸਾਹਿਬ ਦੇ ਦਰਸ਼ਨ ਕਰਕੇ, ਗੁਰੂ ਸਾਹਿਬ ਦੀ ਬਾਣੀ ਸੁਣ ਕੇ ਗੁਰਮਤਿ ਦਾ ਪਤਾ ਲੱਗਦਾ ਹੈ। ਜੇ ਅਸੀਂ ਗੁਰਬਾਣੀ ਸੁਣਨੀ ਕੋਈ ਨਹੀਂ, ਕਥਾ ਨਹੀਂ ਸੁਣਨੀ, ਕੀਰਤਨ ਨਹੀਂ ਸੁਣਨਾ, ਅੱਜ ਕੱਲ੍ਹ ਸਾਡੀ ਹਾਲਤ ਸਾਧ ਸੰਗਤ ਜੀ ਬੜੀ ਤਰਸਯੋਗ ਹੈ। ਜਿੰਨੇ ਰੌਲੇ ਸਾਡੇ ਸਮਾਜ ਵਿੱਚ ਪੈ ਗਏ, ਦੂਜੇ ਧਰਮਾਂ ਵਿੱਚ ਸ਼ਾਇਦ ਇੰਨੇ ਨਹੀਂ ਹੋਣਗੇ। ਹੋਣਗੇ ਤਾਂ ਸਾਰਿਆਂ ਵਿੱਚ ਹੀ, ਕਿਉਂਕਿ ਕਲਯੁਗ ਨੇ ਸਭ ਦੀ ਮੱਤ ਮਾਰੀ ਹੋਈ ਹੈ। ਪਰ ਸਾਡੇ ਵਿੱਚ ਇੰਨਾ ਰੌਲਾ ਹੈ, ਇੰਨੇ ਝਗੜੇ ਹਨ, ਪਤਾ ਹੀ ਕੋਈ ਨਹੀਂ। ਆ 5-4 ਦਿਨ ਦੀ ਗੱਲ ਹੈ, ਇੱਕ ਕਿਤੇ ਗੁਟਕੇ ਪੋਥੀਆਂ ਦਾ ਰੌਲਾ ਪਾ ਕੇ ਬਹਿ ਗਏ ਤੇ ਪਿੱਛੋਂ ਮਾਫੀਆਂ ਮੰਗਦੇ ਫਿਰਨ। ਆਖੇ ਜੀ ਪਹਿਲਾਂ ਰੌਲਾ ਪਾਇਆ ਜੀ ਸੁਖਮਨਾ ਸਾਹਿਬ ਕਿਹਨੇ ਬਣਾਤਾ ਜੀ, ਸੁਖਮਨਾ ਸਾਹਿਬ ਕਿਹਨੇ ਬਣਾਤਾ। ਹਾਲਾਂਕਿ ਪੁਰਾਤਨ ਸਮੇਂ ਤੋਂ ਸੁਖਮਨਾ ਸਾਹਿਬ ਬਾਣੀ ਜਿਹੜੀ ਹੈ ਉਹ ਗੁਰੂ ਕੇ ਸਿੰਘ ਪੜ੍ਹਦੇ ਆ ਰਹੇ। ਭਾਈ ਕਾਹਨ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ਗ੍ਰੰਥ ਵਿੱਚ ਸੁਖਮਨਾ ਦਾ ਜ਼ਿਕਰ ਕੀਤਾ, ਸੁਖਮਨਾ ਸਾਹਿਬ ਬਾਣੀ ਦਾ। ਗੁਰੂ ਰਾਮਦਾਸ ਸਾਹਿਬ ਜੀ ਦੀ ਬਾਣੀ ਹੈ, ਬਿਲਾਵਲ ਰਾਗ ਦੇ ਵਿੱਚ, ਨਟ ਨਰੈਣ ਰਾਗ ਵਿੱਚ, ਤੇ ਕਾਨੜੇ ਰਾਗ ਵਿੱਚ, ਤੇ ਕਲਿਆਣ ਰਾਗ ਵਿੱਚ 6-6 ਅਸ਼ਟਪਦੀਆਂ ਹਨ ਸਾਧ ਸੰਗਤ ਜੀ। ਉਹਨਾਂ ਨੂੰ ਸੁਖਮਨਾ ਸਾਹਿਬ ਕਰਕੇ ਗੁਰੂ ਕੇ ਸਿੱਖ ਪੜ੍ਹਦੇ ਹਨ। ਗੁਟਕੇ ਪੋਥੀਆਂ ਵੀ ਛਪੀਆਂ ਹੋਈਆਂ ਤੇ ਬਹੁਤ ਵੱਡੇ ਵੱਡੇ ਕਮਾਈਆਂ ਵਾਲੇ ਮਹਾਂਪੁਰਸ਼ ਪੜ੍ਹਦੇ ਰਹੇ। ਉਹ ਮੇਰੇ ਵਰਗਾ ਇੱਕ ਅਨਪੜ੍ਹ ਜਿਹਾ ਬੰਦਾ ਗੁਰਦੁਆਰੇ ਗਿਆ, ਉਹਨੇ ਵੇਖਿਆ ਤੇ ਉਹਨੇ ਫਟਾਫਟ, ਇੱਕ ਸਾਡੇ ਕੋਲ ਜਿਹੜੀ ਤੀਲੀ ਲਾਉਣ ਵਾਸਤੇ ਅੱਜ ਕੱਲ੍ਹ ਅੱਗ ਲਾਉਣ ਵਾਸਤੇ ਫੇਸਬੁੱਕ ਹੈ ਜਾਂ ਵਟਸਐਪ ਹੈ, ਚੰਗੇ ਲਈ ਵੀ ਵਰਤੀ ਜਾ ਸਕਦੀ ਹੈ, ਪਰ ਜ਼ਿਆਦਾਤਰ ਮਾੜੇ ਲਈ ਵਰਤ ਰਹੇ ਹਾਂ ਅਸੀਂ। ਕਿਸੇ ਦੀ ਨਿੰਦਾ ਕਰਨੀ ਹੋਵੇ, ਕੋਈ ਰੌਲਾ ਪਾਉਣਾ ਹੋਵੇ, ਫਟਾਫਟ ਪਾ ਦਿੰਦੇ। ਪਿੱਛੋਂ ਫਿਰ ਜਦੋਂ ਦੱਸਿਆ ਵੀ ਭਾਈ ਇਹ ਤਾਂ ਬਾਣੀ ਪੁਰਾਤਨ ਸਮੇਂ ਤੋਂ ਗੁਰੂ ਕੇ ਸਿੰਘ ਪੜ੍ਹਦੇ ਆ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਫਿਰ ਕਹਿੰਦੇ ਜੀ ਮਾਫੀ ਦੇ ਦਿਓ। ਸੋ ਸਾਧ ਸੰਗਤ ਜੀ, ਕੋਈ ਵੀ ਗੱਲ ਹੈ ਨਾ, ਪਹਿਲਾਂ ਜੇ ਇਹੋ ਜਿਹੀ ਗੱਲ ਮੰਨ ਲਓ ਸਾਨੂੰ ਪਤਾ ਨਹੀਂ, ਸਾਰੀ ਗੱਲ ਦਾ ਤਾਂ ਕਿਸੇ ਨੂੰ ਨਹੀਂ ਪਤਾ ਹੁੰਦਾ। ਮੰਨ ਲੈਂਦੇ ਹਾਂ ਵੀ ਉਹਨਾਂ ਸਿੰਘਾਂ ਵਿਚਾਰਿਆਂ ਨੂੰ ਪਤਾ ਨਹੀਂ ਸੀ, ਪਰ ਕਿਸੇ ਨੂੰ ਪੁੱਛ ਤਾਂ ਲੈਂਦੇ। ਜੇ ਪੁੱਛ ਲੈਂਦੇ ਫਿਰ ਉਸ ਤੋਂ ਬਾਅਦ ਵਿਚਾਰ ਕਰਕੇ ਪਾ ਦਿੰਦੇ ਵੀ ਬਾਣੀ ਹੈ ਜਾਂ ਨਹੀਂ ਹੈ। ਤੇ ਜੇ ਅਸੀਂ ਪੁੱਛਣਾ ਨਹੀਂ, ਆਪ ਹੀ ਅਸੀਂ ਡਾਕਟਰ ਬਣ ਗਏ, ਆਪ ਹੀ ਫਟਾਫਟ ਚੀਰ ਫਾੜ ਕਰਤੀ। ਕਹਿੰਦੇ ਡਾਕਟਰ ਕੋਲ ਜਾਣ ਦੀ ਲੋੜ ਹੀ ਨਹੀਂ, ਆਪਰੇਸ਼ਨ ਕਰਨਾ ਆਪਾਂ ਆਪ ਹੀ। ਸਾਡੇ ਉੱਥੇ ਇੱਕ ਮਿਸਤਰੀ ਸੀਗਾ ਵਾਲੇ, ਉਹ 5-7 ਦਿਨ ਕਿਸੇ ਮਿਸਤਰੀ ਦੇ ਨਾਲ ਦਿਹਾੜੀ ਕਰਦਾ ਸੀਗਾ। ਉਹਨੇ ਵੇਖ ਲਿਆ ਵੀ ਸਰੀਏ ਕਿੱਦਾਂ ਜੋੜੀਦੇ ਆ ਤੇ ਕਿੱਦਾਂ ਰੇਤਾ ਬਜਰੀ ਉੱਤੇ ਪਾਈਦਾ ਤੇ ਲੈਂਟਰ ਪਾਈਦਾ। ਕਹਿੰਦਾ ਮੈਂ ਪਾ ਦੇਣਾ, ਇਹ ਕਿਹੜੀ ਗੱਲ ਹੈ। ਉਹ ਮਿਸਤਰੀ ਦੀ ਬੁਲਾਇਆ ਨਾ ਤੇ ਆਪ ਹੀ ਲੈਂਟਰ ਪਾਤਾ। ਉਹ ਜਦੋਂ ਲੈਂਟਰ ਪਾ ਕੇ ਥੱਲਿਓਂ ਬਾਹਰ ਨਿਕਲੇ ਤੇ ਉਹ ਕੜਮ ਕਰਕੇ ਥੱਲੇ ਆ ਗਿਆ।
ਤੇ ਉਹ ਫਿਰ ਕਹਿੰਦਾ ਪਤਾ ਨਹੀਂ ਗੱਲ ਹੈ, ਰੋਜ਼ ਭਾਈ ਦਾ ਕਹਿੰਦਾ। ਉਹ ਕਹਿੰਦਾ ਵੀ ਜਿਹੜਾ ਭਾਈ ਦਾ ਨਾ ਪਹਿਲਾਂ ਉਹਦੇ ਕੋਲ ਸਪੈਸ਼ਲਿਸਟ ਕੋਲ ਜਾਓ। ਅੱਜ ਸਾਡੀ ਇਹ ਹਾਲਤ ਹੈ, ਅਸੀਂ ਆਪ ਹੀ ਸਾਰਾ ਕੁਝ ਬਣ ਜਾਂਦੇ ਹਾਂ, ਵੀ ਗਿਆਨੀ ਵੀ ਆਪ, ਕਥਾਵਾਚਕ ਵੀ ਆਪ, ਅਸੀਂ ਵਿਦਵਾਨ ਵੀ ਆਪ, ਸਾਰਾ ਕੁਝ ਸਾਡੇ ਹੱਥ 'ਚ ਹੋਵੇ। ਅਸੋ ਸਾਧ ਸੰਗਤ ਜੀ ਇੱਦਾਂ ਨਹੀਂ ਕਰਨਾ ਚਾਹੀਦਾ। ਗੁਰੂ ਘਰ ਦੀਆਂ ਜਿਹੜੀਆਂ ਮਰਜ਼ਾਦਾ, ਪਰੰਪਰਾਵਾਂ, ਰੀਤੀ ਰਿਵਾਜ, ਇਹ ਗੁਰਸਿੱਖਾਂ 'ਚ ਰਹਿ ਕੇ ਸਿੱਖਣੇ। ਫਿਰ ਇਹ ਕਾਹਦੇ ਲਈ ਸਿੱਖਣੇ? ਆਪਣੀ ਆਤਮਾ ਦੇ ਕਲਿਆਣ ਲਈ ਸਿੱਖਣੇ, ਲੋਕਾਂ ਨੂੰ ਦੱਸਣ ਲਈ ਥੋੜ੍ਹਾ ਨੇ ਵੀ ਅਸੀਂ ਦੱਸਾਂਗੇ ਤਾਂ ਪਤਾ ਲੱਗੇ ਬੜਾ ਗਿਆਨੀ ਹੈ। ਬੜੀ ਨਵੀਂ ਗੱਲ ਕੱਢੀ ਹੈ ਇਹਨੇ। ਅੱਜ ਕੱਲ੍ਹ ਕਥਾ ਦਾ ਵੀ ਸਾਡਾ ਇਹੀ ਹੈ, ਜਿਹੜਾ ਕਥਾਵਾਚਕ ਬਹੁਤੇ ਮਸਾਲੇ ਲਾਵੇ ਲੋਕਾਂ ਨੂੰ, ਕਥਾ ਦੇ ਬਹਿੰਦਿਆਂ ਸਾਰੀ ਲੋਕਾਂ ਦੀ ਭੰਡੀ ਕਰੇ, ਪ੍ਰਬੰਧਕਾਂ ਨੂੰ ਵੀ ਗਾਲਾਂ ਕੱਢੇ, ਕਥਾਵਾਚਕਾਂ ਨੂੰ ਵੀ ਕੱਢੇ, ਪੰਥ ਦੇ ਸਿਸਟਮ ਨੂੰ ਵੀ ਕੱਢੇ, ਉਹਨੂੰ ਕਹਿੰਦੇ ਬੜਾ ਚੰਗਾ ਕਥਾਵਾਚਕ ਹੈ, ਬੜੀ ਕਮਾਲ ਕਰਤੀ, ਵੀ ਬੜੇ ਕਮਾਲ ਦੀ ਗੱਲ ਦੱਸੀ ਉਹਨੇ। ਇਹ ਨਹੀਂ ਸੋਚਦੇ ਵੀ ਕੋਈ ਗੁਰੂ ਦੀ ਗੱਲ ਵੀ ਦੱਸੀ ਹੈ, ਕੋਈ ਅਧਿਆਤਮਿਕ ਦੀ ਗੱਲ ਵੀ ਦੱਸੀ ਹੈ, ਕੋਈ ਰੂਹਾਨੀਅਤ ਦੀ ਗੱਲ ਵੀ ਦੱਸੀ ਹੈ। ਨਾ, ਇਹੋ ਜਿਹੀ ਸਾਡੀ ਸੋਚ ਵੀ ਇੱਦਾਂ ਦੀ, ਸਰੋਤੇ ਵੀ ਉਹੋ ਜਿਹੇ ਹੋ ਗਏ, ਵਕਤੇ ਵੀ ਉਹੋ ਜਿਹੇ ਹੋ ਗਏ। ਉਹ ਸਮੇਂ ਗੁਰੂ ਸਾਹਿਬ ਦੇ ਸਮੇਂ ਇਹ ਗੱਲਾਂ ਨਹੀਂ ਸਨ। ਇਹ ਜੇ ਕੋਈ ਗੱਲ ਕਰੇ ਤੇ ਉਹਨੂੰ ਕਹਿੰਦੇ ਸੀ ਵੀ ਇਹਨੂੰ, ਇਹ ਮਨਮੁਖ, ਇਹਨੂੰ ਪਰੇ ਕਰੋ, ਇਹਦੇ ਤੋਂ ਦੂਰ ਹੋਵੋ। ਗੱਲ ਕਿਹੜੀ ਕਰਨੀ ਹੈ? ਗੁਰੂ ਦੀ ਕਰਨੀ। ਗੁਰੂ ਦਾ ਇਤਿਹਾਸ ਪੜ੍ਹੋ, ਗੁਰੂ ਦੀਆਂ ਸਾਖੀਆਂ ਪੜ੍ਹੋ, ਮਹਾਂਪੁਰਸ਼ਾਂ ਦੇ ਜੀਵਨ ਪੜ੍ਹੋ, ਕੋਈ ਗੁਰਬਾਣੀ ਦੀ ਕਥਾ ਕਰੋ, ਕੋਈ ਆਤਮਾ ਦੀ ਗੱਲ ਕਰੋ। ਇਹ ਸੰਸਾਰ 'ਚ ਕਾਹਦੇ ਲਈ ਆਏ ਹੋ, ਕਿੱਥੇ ਜਾਣਾ, ਕਿੱਥੋਂ ਆਏ, ਇਹ ਗੱਲ ਕਰੋ। ਇਹ ਕੀ ਹੋਇਆ ਵੀ ਫਲਾਣਾ ਜੰਮ ਪਿਆ, ਫਲਾਣਾ ਮਰ ਗਿਆ, ਉਹਨੇ ਕੀ ਕੀਤਾ, ਉਹਨੇ ਕੀਤਾ, ਲੋਕਾਂ ਨੂੰ ਗਾਲਾਂ ਕੱਢਣ ਲੱਗ ਪਏ ਸਟੇਜ 'ਤੇ ਬਹਿ ਕੇ। ਕਥਾ ਨਹੀਂ ਹੈ। ਅੱਜ ਆਲੋਚਨਾ ਨੂੰ ਅਸੀਂ ਕਥਾ ਕਹਿੰਦੇ ਹਾਂ, ਅਤੇ ਉਹਦੀ ਕਦਰ ਵੀ ਜ਼ਿਆਦਾ ਹੈ। ਜਿਹੜਾ ਕੋਈ ਇਹੋ ਜਿਹਾ ਕਥਾਵਾਚਕ ਆਵੇ, ਉਹਨੂੰ ਡਾਲਰ ਵੀ ਚੰਗੇ ਮੋਟੇ ਦਿੰਦੇ ਆ। ਆਪਣੇ ਪ੍ਰਬੰਧਕਾਂ ਦੀ ਆਪਾਂ ਗੱਲ ਕਰੀਏ ਸਾਰੇ ਪਾਸੇ, ਅੱਜ ਇਹ ਹਾਲਾਤ ਹੈ ਸਾਡਾ ਵੀ ਜਿਹੜਾ ਕੋਈ ਇਹੋ ਜਿਹੀ ਗੱਲ ਕਰੇ, ਉਹਨੂੰ ਮਾਇਆ ਵੀ ਚੰਗੀ ਦੇਣੀ ਹੈ। ਅਤੇ ਜੇ ਕੋਈ ਅਧਿਆਤਮਕ ਦੀ, ਸਤਿਗੁਰਾਂ ਦੀ ਗੱਲ ਕਰੇ, ਕਹਿੰਦੇ ਕੋਈ ਤਾਂ ਗੱਲ ਹੀ ਉੱਦਾਂ ਹੀ ਹੈ, ਅਤੇ ਉਹੀ ਹੈ ਬਸ। ਉਹ ਕਿਉਂ ਸਮਝ ਨਹੀਂ ਆਉਂਦੀ। ਸੁਰਤ ਜਿਹੜੀ ਹੈ, ਉਹ ਸੁਰਤ ਉਹ ਪਕੜ ਨਹੀਂ ਰੱਖਦੀ ਸਾਡੀ। ਤਾਂ ਇੱਥੇ ਬਚਨ ਚੱਲ ਰਿਹਾ ਹੈ ਵੀ ਸਤਿਗੁਰਾਂ ਦੇ ਕੋਲ ਆਉਂਦੇ ਗੁਰੂ ਕੇ ਸਿੱਖ, ਉਹ ਗੱਲ ਕਰਦੇ ਪਰਮੇਸ਼ਰ ਦੀ, ਬਾਣੀ ਦੀ, ਰੱਬ ਦੀ। ਹਾਂਜੀ, ਮਨ ਬਾਂਛਤ ਪੂਰ ਹੈ ਸਭ ਕੋਏ। ਗੁਰੂ ਸਾਹਿਬ ਦੇ ਕੋਲ ਜਿਹੜਾ ਵੀ ਕੋਈ ਆਉਂਦਾ, ਮਹਾਰਾਜ ਉਹਦੀ ਮਨੋ ਕਾਮਨਾ ਪੂਰੀ ਕਰਦੇ। ਜੋ ਮੰਗੇ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੇ। ਹਾਂਜੀ, ਦੀਪਮਾਲ ਦਿਨ ਨੇਰੇ ਜਾਨ। ਦੀਪਮਾਲਾ ਦਾ ਦਿਨ ਨੇੜੇ ਆ ਗਿਆ ਸਾਧ ਸੰਗਤ ਜੀ, ਦੀਵਾਲੀ ਨੇੜੇ ਆ ਗਈ ਹੈ। ਮੇਲਾ ਆਵਨ ਲੱਗਿਓ ਮਹਾਨ। ਬੜਾ ਭਾਰੀ ਮੇਲਾ ਹੁੰਦਾ ਸੀ ਗੁਰੂ ਘਰ, ਜਦੋਂ ਵੀ ਦੀਵਾਲੀ ਆਉਂਦੀ ਸੀ ਤੇ ਵਿਸਾਖੀ। ਇਹ ਦੋ ਮੇਲੇ ਪੱਕੇ ਸਨ ਗੁਰੂ ਸਾਹਿਬ ਦੇ। ਵਿਸਾਖੀ ਮਹਾਰਾਜ ਗੁਰੂ ਅਮਰਦਾਸ ਜੀ ਨੇ ਸ਼ੁਰੂ ਕੀਤੀ ਸੀ। ਗੋਇੰਦਵਾਲ ਸਾਹਿਬ ਭਾਈ ਪਾਰੋ ਜੀ ਬ੍ਰਹਮ ਗਿਆਨੀ ਹੋਏ ਨੇ, ਡੱਲੇ ਵਾਸੀ। ਉਹਨਾਂ ਨੇ ਗੁਰੂ ਅਮਰਦਾਸ ਜੀ ਨੂੰ ਬੇਨਤੀ ਕੀਤੀ, ਮਹਾਰਾਜ ਸੰਗਤਾਂ ਗੁਰੂ ਘਰ ਆਉਂਦੀਆਂ ਤਾਂ ਹਨ, ਪਰ ਇਕੱਠੀਆਂ ਨਹੀਂ ਹੁੰਦੀਆਂ। ਜਿੰਨਾ ਚਿਰ ਕੋਈ ਕੌਮ ਦਾ ਮੇਲਾ ਨਾ ਹੋਵੇ, ਇਕੱਠੇ ਨਾ ਹੋਣ, ਉਹਨਾਂ ਦੀ ਕਮਿਊਨਿਟੀ ਨਹੀਂ ਬਣਦੀ, ਉਹਨਾਂ ਦੀ ਇਕਾਗਰਤਾ, ਇਕੱਠ ਨਹੀਂ ਬਣਦਾ। ਅਤੇ ਆਪਾਂ ਕੋਈ ਇਹੋ ਜਿਹਾ ਸਮਾਗਮ ਕਰੀਏ, ਮੇਲਾ ਲਾਈਏ ਜਿੱਥੇ ਸਾਰੇ ਸਿੱਖ ਆਉਣ। ਫਿਰ ਸਤਿਗੁਰੂ ਕਹਿੰਦੇ ਦੱਸੋ ਭਾਈ ਸਾਹਿਬ ਕਿਹੜਾ ਮੇਲਾ ਲਾਈਏ? ਕਹਿੰਦੇ ਜੀ ਵਿਸਾਖੀ ਦਾ ਲਾਈਏ। ਵਿਸਾਖੀ ਨੇੜੇ ਆ ਰਹੀ ਹੈ, ਆਪਾਂ ਉਹਦਾ ਮੇਲਾ ਲਾਈਏ। ਸਤਿਗੁਰੂ ਅਮਰਦਾਸ ਮਹਾਰਾਜ ਜੀ ਗੋਇੰਦਵਾਲ ਸਾਹਿਬ ਵਿਸਾਖੀ ਦਾ ਮੇਲਾ ਭਾਈ ਪਾਰੋ ਜੀ ਦੇ ਕਹਿਣ 'ਤੇ ਸ਼ੁਰੂ ਕੀਤਾ ਸੀ। ਉਸ ਤੋਂ ਪਹਿਲਾਂ ਗੁਰੂ ਘਰ 'ਚ ਕੋਈ ਮੇਲਾ ਨਹੀਂ ਲੱਗਿਆ, ਨਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ, ਨਾ ਸਤਿਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਸਮੇਂ। ਆਉਂਦੀਆਂ ਸੀ ਸੰਗਤਾਂ, ਦਰਸ਼ਨ ਕਰਕੇ, ਕਥਾ ਕੀਰਤਨ ਸੁਣ ਕੇ ਚਲੀਆਂ ਜਾਂਦੀਆਂ ਸੀ। ਪਰ ਇਸ ਪੰਥ ਨੂੰ ਇੱਕ ਮੁੱਠ ਕਰਨ ਲਈ, ਇੱਕ ਜੁੱਟ ਕਰਨ ਲਈ, ਉਹ ਮਹਾਰਾਜ ਗੁਰੂ ਅਮਰਦਾਸ ਸਾਹਿਬ ਨੇ 22 ਮੰਜੀਆਂ ਵੀ ਸਥਾਪਿਤ ਕੀਤੀਆਂ। ਅਤੇ ਮੇਲਾ ਵੀ ਸ੍ਰੀ ਗੋਇੰਦਵਾਲ ਸਿੱਖੀ ਦਾ ਧੁਰਾ। ਗੋਇੰਦਵਾਲ ਸਿੱਖੀ ਦਾ ਧੁਰਾ ਕਿਉਂ ਹੈ ਕਿ ਜਿਵੇਂ 22 ਸੂਬੇ ਸਨ ਹਿੰਦੁਸਤਾਨ ਦੇ, ਦਿੱਲੀ ਧੁਰਾ ਸੀਗੀ ਰਾਜਧਾਨੀ, ਗੋਇੰਦਵਾਲ ਸਿੱਖੀ ਦਾ ਧੁਰਾ ਸੀ, ਅਤੇ 22 ਮੰਜੀਆਂ ਦਿੱਤੀਆਂ ਸੀ। ਉਹ ਥਾਂ ਥਾਂ 'ਤੇ ਜਾ ਕੇ ਸਿੱਖੀ ਦਾ ਪ੍ਰਚਾਰ ਕਰਦੇ, ਬ੍ਰਹਮ ਗਿਆਨੀ ਮਹਾਤਮਾ ਮਹਾਂਪੁਰਸ਼ ਹੁੰਦੇ ਸੀ। ਸੋ ਉਹਨਾਂ ਨੇ ਮੇਲਾ ਸ਼ੁਰੂ ਕੀਤਾ ਸੀ ਵਿਸਾਖੀ ਦਾ। ਦੀਵਾਲੀ ਦਾ ਕੀਤਾ ਬਾਬੇ ਬੁੱਢੇ ਸਾਹਿਬ ਜੀ ਨੇ, ਜਦੋਂ 6ਵੇਂ ਪਾਤਸ਼ਾਹ ਜੀ ਮਹਾਰਾਜ ਗਵਾਲੀਅਰ ਤੋਂ ਆਏ।
ਹੁਣ ਦੀਪਮਾਲਾ ਦੇ ਮੇਲੇ ਤੇ ਸੰਗਤਾਂ ਆਉਣ ਲੱਗੀਆਂ ਹਨ। ਸਫਲ ਜਨਮ ਨਿਜ ਕਰ ਬੇਹੇਤ। ਗੁਰੂ ਸਾਹਿਬ ਦੇ ਦਰਸ਼ਨ ਕਰਾਂਗੇ, ਗੁਰਬਾਣੀ ਸੁਣਾਂਗੇ, ਮਹਾਰਾਜ ਦੀ ਬਾਣੀ ਸੁਣ ਕੇ ਆਤਮਿਕ ਕਲਿਆਣ ਹੋਵੇਗਾ, ਸਾਡਾ ਜਨਮ ਸਫਲ ਹੋਵੇਗਾ। ਲਈ ਉਪਾਇਨ ਤਜੇ ਨਿਕੇਤ। ਆਪਣੇ ਪਿੰਡਾਂ ਸ਼ਹਿਰਾਂ ਘਰਾਂ ਤੋਂ ਕੋਈ ਭੇਟਾਵਾਂ ਲੈ ਲਈਆਂ, ਕਿਸੇ ਨੇ ਘੋੜਾ ਲੈ ਲਿਆ, ਕਿਸੇ ਨੇ ਕੋਈ ਸ਼ਸਤਰ ਲੈ ਲਿਆ, ਕਿਸੇ ਨੇ ਬਸਤਰ ਲੈ ਲਿਆ, ਕੋਈ ਲੰਗਰ ਵਾਸਤੇ ਕਣਕ ਵਗੈਰਾ ਚੁੱਕ ਲਿਆਇਆ, ਜੋ ਜੋ ਕੁਝ ਕਰ ਸਕਦੇ ਸੀ ਸੇਵਾ। ਦੂਰੋਂ ਦੇਸਾਂ ਤੋਂ ਪ੍ਰਦੇਸਾਂ ਤੋਂ ਸਿੱਖ ਤੁਰ ਪਏ ਹਨ। ਬਹੁ ਦਿਨ ਕੀ ਸੰਚੀ ਗੁਰਕਾਰ। ਗੁਰੂ ਘਰ ਵਾਸਤੇ ਮਾਇਆ ਇਕੱਠੀ ਕਰਕੇ ਦਸਵੰਧ ਇਕੱਠਾ ਕਰਕੇ ਰੱਖਦੇ ਸੀ। ਸਿੱਖ ਜੋ ਕਿਰਤ ਕਮਾਈ ਕਰਦੇ ਸੀ, 10ਵਾਂ ਹਿੱਸਾ ਗੁਰੂ ਦੀ ਗੋਲਕ ਦਾ ਵੱਖਰਾ ਕਰਕੇ ਰੱਖਦੇ ਸੀ। ਜਦੋਂ ਗੁਰੂ ਕੋਲ ਜਾਵਾਂਗੇ ਗੁਰੂ ਨੂੰ ਭੇਟਾ ਕਰ ਦੇਂਗੇ। ਜਾਂ ਮਸੰਦ ਆਉਂਦੇ ਸੀ ਮਹਾਰਾਜ ਦੇ ਵੱਲੋਂ ਭੇਜੇ ਹੋਏ, ਉਹ ਇਲਾਕਿਆਂ 'ਚ ਆ ਕੇ ਸਾਰੀ ਮਾਇਆ ਸੰਗਤ ਤੋਂ ਲੈ ਕੇ ਗੁਰੂ ਘਰ 'ਚ ਪਹੁੰਚਾਉਂਦੇ ਸੀ। ਬਾਅਦ ਵਿੱਚ ਮਸੰਦ ਜਿਹੜੇ ਨੇ ਉਹ ਲਾਲਚੀ ਵੀ ਹੋ ਗਏ ਸਨ। 10ਵੇਂ ਪਾਤਸ਼ਾਹ ਨੇ ਫਿਰ ਇਸ ਕਰਕੇ ਮਸੰਦਾਂ ਦੀ ਪ੍ਰਥਾ ਬੰਦ ਕੀਤੀ ਸੀ। ਸੋ ਇਹ ਗੁਰੂ ਕੇ ਸਿੱਖ ਜੋ ਬਹੁਤ ਸਮਿਆਂ ਤੋਂ ਦਸਵੰਧ ਇਕੱਠਾ ਕੀਤਾ ਹੋਇਆ ਸੀ, ਕੇਤਕ ਲੈ ਪਹੁੰਚੇ ਦਰਬਾਰ। ਉਹ ਗੁਰੂ ਮਹਾਰਾਜ ਦੇ ਦਰਬਾਰ ਸ੍ਰੀ ਕੀਰਤਪੁਰ ਸਾਹਿਬ 6ਵੇਂ ਪਾਤਸ਼ਾਹ ਦੇ ਚਰਨਾਂ 'ਚ ਪਹੁੰਚੇ ਹਨ। ਗਾਵਤ ਸੁਨਤ ਸਿੱਖ ਗੁਰਬਾਣੀ। ਤੇ ਆ ਕੇ ਗੁਰੂ ਕੀ ਬਾਣੀ ਗਾਉਂਦੇ ਨੇ, ਗੁਰੂ ਕੀ ਬਾਣੀ ਸੁਣਦੇ ਨੇ। ਮਗ ਮਹਿ ਚਲਤ ਵਿਕਾਰ ਨ ਹਾਨੀ। ਸਾਧ ਸੰਗਤ ਜੀ, ਗੁਰੂ ਕੀ ਬਾਣੀ ਜਿਹੜੀ ਮਨ ਦੇ ਵਿਕਾਰਾਂ ਨੂੰ ਨਾਸ਼ ਕਰਦੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਰਸਤੇ 'ਚ ਵੀ ਪੜ੍ਹਦੇ ਨੇ। ਆਪਾਂ ਤਾਂ ਗੁਰਦੁਆਰੇ ਆ ਕੇ ਵੀ ਨਹੀਂ ਪੜ੍ਹਦੇ। ਮਾਫ ਕਰਨਾ, ਗੁਰਦੁਆਰੇ ਸੰਡੇ ਨੂੰ ਦੀਵਾਨ ਲੱਗਦਾ ਸਾਡੇ, ਤੇ ਅੱਧੀ ਕੁ ਸੰਗਤ ਥੱਲੇ ਲੰਗਰ 'ਚ ਗੱਲਾਂ ਕਰਨ ਤੇ ਹੀ ਹੁੰਦੀ ਹੈ ਵੀ ਫਲਾਣਾ ਜੰਮ ਪਿਆ, ਫਲਾਣਾ ਮਰ ਗਿਆ, ਉਹਨੇ ਆਹ ਕਰਤਾ, ਉਹਨੇ ਉਹ ਕਰਤਾ। ਵੀ ਆਉਂਦੇ ਹੋ ਭਾਈ, ਘੰਟਾ 2 ਘੰਟੇ ਇੱਥੇ ਤੇ ਬਹਿ ਕੇ ਰੱਬ ਰੱਬ ਕਰ ਲਓ। ਵੈਸੇ ਹੁਕਮ ਇਹ ਹੈ ਵੀ ਆਉਂਦਿਆਂ ਵੀ ਬਾਣੀ ਪੜ੍ਹਨੀ। ਜੇ ਗੁਰਦੁਆਰੇ ਆਉਣਾ ਨਾ, ਘਰੋਂ ਚੱਲਣਾ, ਘਰੋਂ ਚੱਲਦਿਆਂ ਹੀ ਤੁਸੀਂ ਆਪਣਾ ਫੁਰਨਾ ਕਰ ਲਓ ਵੀ ਮੈਂ ਗੁਰੂ ਨੂੰ ਮਿਲਣ ਚੱਲਿਆ, ਤੇ ਜਪਜੀ ਸਾਹਿਬ ਦਾ ਪਾਠ ਹੋ ਸਕਦਾ ਉਹ ਕਰ ਲਓ, ਚੌਪਈ ਸਾਹਿਬ ਦਾ ਹੋ ਸਕਦਾ ਉਹ ਕਰ ਲਓ, ਮੂਲ ਮੰਤਰ ਹੀ ਕਰ ਲਓ, ਵਾਹਿਗੁਰੂ ਵਾਹਿਗੁਰੂ ਹੀ ਜਪੀ ਜਾਓ, ਜਾਂਦਿਆਂ ਬਾਣੀ ਪੜ੍ਹੋ। ਆਉਂਦਾ ਉਹ ਤੁਹਾਡੀ ਯਾਤਰਾ ਬਹੁਤ ਸਫਲ ਹੋਵੇਗੀ। ਉਹਦਾ ਰਸ ਫਿਰ ਦੇਖੋ, 2-4 ਮਹੀਨੇ 6 ਮਹੀਨੇ ਕਰਕੇ ਫਿਰ ਉਹਦਾ ਆਨੰਦ ਦੇਖੋ ਕਿੰਨਾ ਆਉਂਦਾ ਹੈ। ਸੋ ਆਉਂਦਿਆਂ ਜਾਂਦਿਆਂ ਗੁਰਸਿੱਖ ਬਾਣੀ ਪੜ੍ਹਦੇ ਸਨ। ਚਾਹੁੰਦੇ ਤੇ ਉਮੜੇ ਨਰ ਨਾਰੀ। ਹਜ਼ਾਰਾਂ ਸੰਗਤਾਂ ਇਸਤਰੀ ਪੁਰਸ਼ ਚਾਰੇ ਪਾਸਿਓਂ ਉੱਤਰ ਦੱਖਣ ਪੂਰਬ ਪੱਛਮ ਤੋਂ ਉਮੜ ਕੇ ਆ ਗਈਆਂ। ਚੱਲ ਪਹੁੰਚੇ ਕਾਬਲ ਕੰਧਾਰੀ। ਉਹ ਕਿੱਥੇ? ਅਫਗਾਨਿਸਤਾਨ ਦੀ ਰਾਜਧਾਨੀ ਕਾਬਲ ਕੰਧਾਰ, ਉੱਥੋਂ ਤੱਕ ਦੀਆਂ ਸੰਗਤਾਂ ਪਹੁੰਚੀਆਂ ਹਨ ਦੀਵਾਲੀ ਤੇ ਕੀਰਤਪੁਰ ਸਾਹਿਬ। ਖੁਰਾਸਾਨ ਅਰ ਬਲਖ ਬੁਖਾਰਾ। ਤੇ ਉਸ ਤੋਂ ਪਰੇ ਹੈ ਖੁਰਾਸਾਨ, ਉਦੋਂ ਪਰੇ ਬਲਖ ਬੁਖਾਰਾ ਈਰਾਨ ਦੇ ਸ਼ਹਿਰ ਹਨ, ਇਰਾਕ ਦੇ, ਉੱਥੋਂ ਸਿੱਖ ਆਏ ਹਨ। ਧੰਨੀ ਕੇਪ ਪਿਸ਼ੋਰ ਉਦਾਰਾ। ਧੰਨੀ ਕੇਪ, ਲੰਮਾ ਦੇਸ਼, ਨੱਕਾ ਦੇਸ਼, ਪਿਸ਼ਾਵਰ, ਇਹ ਜਿਹੜੇ ਸ਼ਹਿਰ ਤੇ ਮੁਲਕ ਹਨ। ਪੁਰ ਮੁਲਤਾਨ ਆਦ ਕਸ਼ਮੀਰ। ਮੁਲਤਾਨ ਤੇ ਜੰਮੂ ਕਸ਼ਮੀਰ ਦੀਆਂ ਸੰਗਤਾਂ ਸਭ ਦੇਸ਼ਨ ਤੇ ਆਏ ਵਹੀਰ। ਵੀਰਾਂ ਘੱਤ ਘੱਤ ਕੇ ਜਥੇ ਬੰਨ ਕੇ ਸ਼ਬਦ ਪੜ੍ਹਦੀਆਂ। ਪੁਰਾਣੇ ਜ਼ਮਾਨੇ ਢੋਲਕੀ ਚਿਮਟਾ ਪਾ ਲੈਣਾ ਤੇ ਬਸ ਬਾਣੀ ਪੜ੍ਹੀ ਜਾਣੀ, ਕੀਰਤਨ ਹੀ ਕਰੀ ਜਾਣਾ। ਕਿਸੇ ਨੇ ਜੋ ਕੱਲਾ ਤੋਂ ਕੱਲਾ ਸਿੱਖਿਆ ਉਹ ਜਪਜੀ ਸਾਹਿਬ ਹੀ ਪੜ੍ਹੀ ਜਾਣਾ, ਕੋਈ ਸੁਖਮਣੀ ਸਾਹਿਬ ਪੜ੍ਹੀ ਜਾਣਾ, ਨਾਲੇ ਤੁਰੀ ਜਾਣਾ ਨਾਲੇ ਬਾਣੀ ਪੜ੍ਹੀ ਜਾਣੀ, ਕੀਰਤਨ ਕਰਦੇ ਆਉਂਦੇ ਨੇ। ਠੱਠਾ ਭਖਰਪੁਰ ਗੁਜਰਾਤ। ਠੱਠਾ ਦੇਸ਼, ਭਖਰ, ਸੱਖਰ, ਗੁਜਰਾਤ ਜਿਹੜੇ ਦੇਸ਼ ਹਨ। ਦੱਖਣ ਪੂਰਬ ਜਸ਼ ਅਵਦਾਤ। ਦੱਖਣ ਪੂਰਬ ਸਭ ਥਾਂ ਤੇ ਗੁਰੂ ਮਹਾਰਾਜ ਦਾ ਜਸ ਹੋ ਰਿਹਾ। ਜੈ ਜੈਕਾਰ ਜਪੰਥ ਨਰਾ, ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਜੈ ਜੈਕਾਰ ਹੋ ਰਹੀ ਹੈ। ਕਹਿਣ ਲੱਗ ਗਿਣੀ ਹੈ ਦੇਸ਼ ਵਿਦੇਸ਼। ਕਿੱਥੋਂ ਦਾ ਹੀ ਗਿਣਤੀ ਕਰੀਏ, ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਆ ਰਹੀਆਂ ਨੇ। ਸੰਗਤ ਪਹੁੰਚੀ ਆਏ ਵਿਸ਼ੇਸ਼। ਬਹੁਤ ਸੰਗਤਾਂ ਆ ਪਹੁੰਚੀਆਂ ਨੇ। ਦੀਪ ਮਾਲ ਕੋ ਦਿਨ ਜਬ ਆਇਓ। ਜਦੋਂ ਦੀਪਮਾਲਾ ਦਾ ਜੋੜ ਮੇਲਾ ਆਇਆ ਹੈ, ਕਹਿ ਸਤਿਗੁਰ ਬੜ ਫਰਸ਼ ਕਰਾਇਓ। ਮਹਾਰਾਜ ਨੇ ਸ੍ਰੀ ਕੀਰਤਪੁਰ ਸਾਹਿਬ, ਜਿੱਥੇ ਅੱਜ ਕੱਲ੍ਹ ਤਖਤ ਕੋਟ ਸਾਹਿਬ ਹੈ, ਉੱਥੇ ਬਹੁਤ ਵੱਡਾ ਦੀਵਾਨ ਸਜਾਇਆ ਹੈ। ਨਿਕਸ ਵਹਿਰ ਗੁਰ ਸਭਾ ਲਗਾਈ। ਮਹਾਰਾਜ ਜੀ ਨੇ ਉੱਥੇ ਬਾਹਰ ਦੀਵਾਨ ਸਜਾਇਆ ਹੈ। ਚਵਰ ਟਰਤ ਚਾਰੂ ਚਪਲਾਏ। ਔਰ ਕਹਿੰਦੇ ਚੌਰ ਸੀਸ ਤੇ ਝੂਲਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਤਖਤ ਤੇ ਬਾਦਸ਼ਾਹ ਦੀ ਤਰ੍ਹਾਂ ਬੈਠੇ ਹਨ।
ਸੰਗਤਾਂ ਦਰਸ਼ਨ ਕਰ ਰਹੀਆਂ ਹਨ, ਸਭ ਦੀਆਂ ਮਨੋਕਾਮਨਾ ਪੂਰੀਆਂ ਹੋਈਆਂ। ਸੋ ਸਾਧ ਸੰਗਤ ਜੀ, ਕਥਾ ਬੜੇ ਵਿਸਥਾਰ ਨਾਲ ਅੱਗੇ ਆਪ ਜੀ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ।